ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸੰਤ ਮਹਾਰਾਜ ਸੇਸਰ ਸਿਹੌੜਾ ਸਾਹਿਬ ਜੀ ਦਾ ਪਿੰਡ ਲਸਾੜੇ ਦਾ 1995 ਦਾ ਦੀਵਾਨ ਸਰਪਣ ਕਰੋ ਜੀ। ਸਤਿਕਰਤਾਰ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਗਉਣਾ ਤੂੰ ਨਾ ਛੁਟੇ ਨਿਕਟ ਨ ਜਾਇਓ ਦੂਤ ਇਹੋ ਮੇਰੀ ਬੇਨਤੀ ਭਵ ਜਲ ਤੇ ਕੱਢ ਲੈ ਵਾਹਿਗੁਰੂ ਇਹੋ ਮੇਰੀ ਬੇਨਤੀ ਭਵ ਜਲ ਤੇ ਕੱਢ ਲੋ ਵਾਹਿਗੁਰੂ ਕੱਢ ਲੋ ਵਾਹਿਗੁਰੂ ਇਹੋ
ਮੇਰੀ ਬੇਨਤੀ ਸਭ ਜਲ ਤੇ ਕੱਢ ਲੋ ਵਾਹਿਗੁਰੂ। ਇਹੋ ਮੇਰੀ ਬੇਨਤੀ ਸਭ ਜਲ ਤੇ ਕੱਢ ਲੋ ਵਾਹਿਗੁਰੂ। ਹਾਂ ਪਵ ਜਲ ਤੋਂ ਕੱਢ ਲੋ, ਪਵ ਜਲ ਤੋਂ ਕੱਢ ਲੋ ਪ੍ਰੀਤਮਾ, ਪਵ ਜਲ ਤੋਂ ਕੱਢ ਲੋ ਪ੍ਰੀਤਮਾ, ਪਵ ਜਲ ਤੋਂ ਕੱਢ ਲੋ ਵਾਹਿਗੁਰੂ। ਇਹੋ ਮੇਰੀ ਬੇਨਤੀ ਸਭ ਜਲ ਤੇ ਕੱਢ ਲਈ ਵਾਹਿਗੁਰੂ। ਇਹੋ ਮੇਰੀ ਬੇਨਤੀ ਸਭ ਜਲ ਤੇ ਕੱਢ ਲੋ ਵਾਹਿਗੁਰੂ। ਖਾਤ ਪੀਤ ਖੇਲਤ ਹਸਤ ਕਰਮੇ ਜਨਮ ਅਨੇਕ। ਖਾਤ ਪੀਤ ਖੇਲਤ ਹਸਤ ਖਾਂਦਿਆਂ ਖਾਂਦਿਆਂ ਮੂੰਹ ਕੁੱਠਾ, ਪਹਿਨੰਦਿਆਂ ਸਭ ਅੰਗ ਤਿਰਗ ਤਿਨਾ ਕਾ ਜੀਵਿਆ, ਜਿਨ ਸੱਚ ਨ ਲੱਗੋ ਰੰਗ। ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ। ਭਵ ਜਲ ਤੇ ਕੱਢ ਪ੍ਰਭੂ ਨਾਨਕ ਤੇਰੀ ਟੇਕ। ऐसे कर हम बहुत बसाए, जब हम राम गर्भ हुए आए। जुड़ जुड़ बिछड़े बिछड़ जुड़े, केत्या के बाप केत्या के बेटे, केते गुर चेले फन हुए। बहुत जन्म बिछड़े थे बादो, गुर सेवा ते भगत कमाई। तब ए मानुष देही पाई, इस देही को सिमरें देव। सो देही भज हर की सेव, भजो गोविंद फूल मत जाहो। मानुष जन्म का यही लाहो, ए तेरी अवसर ए तेरी वार। घट भीतर तू देख विचार। ਇਹੋ ਮੇਰੀ ਬੇਨਤੀ ਭਵ ਜਲ ਤੇ ਕੱਢ ਲਈ ਵਾਹਿਗੁਰੂ। ਇਹੋ ਮੇਰੀ ਬੇਨਤੀ ਹੈ ਭਵ ਜਲ ਤੇ ਕੱਢ ਲੋ ਵਾਹਿਗੁਰੂ। ਲੱਖ 84 ਜੂਨ ਵਿੱਚ ਉੱਤਮ ਜਨਮ ਸੁਮਾਨਿਸ਼ ਦੇ। ਇਸ ਕੌੜੀ ਤੇ ਜੋ ਨਰ ਚੁਕੈ,
सो आए जाए दुख पाए, कबीर मानुष जन्म दुर होए न बारंबार, जो वन फल पाके पोए मानुष देही ਤਾਂ ਸਬਬਾਂ ਨਾਲ ਮਿਲਦੀ ਐ, ਐਵੇਂ ਨਾ ਗੁਮਾਨੀ ਗਾਫਲਾਵੇ ਮਨ ਦੇਹੀ ਤਾਂ ਸਬਬਾਂ ਨਾਲ ਮਿਲਦੀ ਐ, ਐਵੇਂ ਨਾ ਗੁਮਾਨੀ ਗਾਫਲਾਵੇ ਮਨ ਤੂੰ ਐਵੇਂ ਨਾ ਗੁਮਾਨੀ ਗਾ ਮਾਨਸ਼ ਦੇਹੀ ਹੋਏ ਸਬਬਾਂ ਦੇਹੀ ਹੋਏ ਸਬਬਾਂ ਮਾਨਸ਼ ਦੇਹੀ ਤਾਂ ਸਬਬਾਂ ਨਾਲ ਮਿਲੇਗੀ, ਐਵੇਂ ਨਾ ਗੁਮਾਰੀ ਗਾਫਲਾ ਮਾਨਸ਼ ਦੇਹੀ ਹੋਏ ਸਬਬਾਂ ਨਾਲ ਮਿਲ ਗਈ, ਐਵੇਂ ਨਾ ਗੁਮਾਰੀ ਗਾਫਲਾ ਮਾਨਸ਼ ਦੇਹੀ ਐਵੇਂ ਨਾ ਗੁਮਾਰੀ ਗਾਫਲਾ ਮਾਨਸ਼ ਮਾਨਸ਼ ਦੇਹੀ ਤਾਂ ਸਬਬਾਂ ਨਾਲ ਮਿਲ ਗਈ, ਸਬਬਾਂ ਨਾਲ ਮਿਲ ਗਈ, ਸਬੱਬੀ ਤੈਨੂੰ ਮਿਲ ਗਈ, ਐਵੇਂ ਨਾ ਗੁਮਾਲੀ ਗਾਫਲਾ ਬਹੁਤ ਪੁਨਾ ਕਰਕੇ ਮਾਨਸ਼ ਦੇਹੀ ਮਿਲ ਗਈ ਐ, ਐਵੇਂ ਨਾ ਗੁਮਾਲੀ ਗਾਫਲਾ ਵੇ ਮਾਨਸ਼ ਨਾ ਗੁਮਾਲੀ ਗਾਫਲਾ ਮਨ ਮਾਨਸ ਜਨਮ ਬੜ ਪੁੰਨ ਕਰ ਪਾਇਆ, ਬਿਰਥਾ ਜਾਤ ਅਵਵੇਕੇ, ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਸਾਨੂੰ ਸੁਖ ਕਿਤਨੇ ਮਿਲੇ ਨੇ, ਪਰ ਬਿਨ ਹਰ ਭਜਨ ਕਹੋ ਕੇ ਲੇਖੇ। ਭਵਜਲ ਪਹਿਲੇ ਸ਼ਬਦ ਦੀ ਟੇਕ ਨਾਲ ਵੀ, ਔਰ ਅੱਜ ਦੂਸਰਾ ਦੀਵਾਨ ਦਾ ਆਨੰਦ ਹੈ। ਖਾਤ ਪੀਤ ਖੇਲਤ ਹਸਤ, ਹੇ ਜੀਵ, ਜਿੱਥੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਇਹ ਗੱਲ ਸਾਨੂੰ ਭੁੱਲੀ ਹੋਈ ਹੈ। ਯਾਦ ਬੜੀ ਆਉਂਦੀ ਹੈ ਜਦੋਂ ਕੋਈ ਸੱਜਣ ਤੁਰ ਜਾਂਦਾ, ਉਸ ਵੇਲੇ ਸਭ ਦੇ ਮਨ ਬੈਰਾਗ ਵਿੱਚ ਆ ਜਾਂਦੇ ਨੇ। ਬਸ ਉਹਨਾਂ ਕਚੇਰੇ ਹੀ ਹੈ, ਨਹਿ ਲੰਘੀ ਖਵਾਜਾ ਬਿਸਰਿਆ। ਉਹਦਾ ਦੁਸ਼ਹਿਰਾ ਕਰਕੇ ਅੰਤਮ ਅਰਦਾਸ ਕਰਕੇ ਕਹਿ ਦਿੰਦੇ ਹਾਂ, ਦੋ ਅਰਥ ਇਸ ਵਿੱਚ ਆਉਣਗੇ, ਮੈਂ ਨਾ ਮਰੋ ਮਰਬੋ ਸੰਸਾਰਾ। ਪਹਿਲੀ ਅਗਿਆਨ ਵਿੱਚ ਹੈ ਇਹਦਾ ਅਰਥ, ਭੁੱਲ ਵਿੱਚ ਹੈ ਕਿ ਮੈਂ ਨਹੀਂ ਮਰਨਾ, ਇਹ ਦੁਨੀਆ ਹੀ ਮਰ ਰਹੀ ਹੈ। ਪਰ ਜਿਸ ਨੇ ਜੀਵਨ ਆਪਦਾ ਸਫਲ ਕਰ ਲਿਆ ਹੈ, ਔਰ ਗੁਰੂ ਦੀ ਮਹਾਨ ਕਿਰਪਾ ਹੋਈ ਹੈ, ਸੰਤ ਕਿਰਪਾਲ ਦਇਆਲ ਦਮੋਦਰ, ਦੋ ਵਸਤੂਆਂ 'ਚ ਸੰਤਾਂ ਦੀ ਕਿਰਪਾ ਔਰ ਪ੍ਰਭੂ ਪਰਮੇਸ਼ਰ ਦੀ ਦਿਆਲਤਾ, ਦੋ ਮਹਾਨ। ਫਿਰ ਜੀਵ 'ਤੇ ਕਿਤਨੀਆਂ ਕਿਰਪਾ ਗਿਣੀ ਦੀਆਂ ਹਨ। ਆਪਦਾ ਜਿਨ੍ਹਾਂ ਨੇ ਗੁਰਾਂ ਦੁਆਰਾ ਮੁਰਸ਼ਿਦਾਂ ਦੁਆਰਾ
ਜੀਵਨ ਸਫਲ ਕਰ ਲਿਆ ਹੈ, ਤੈਅ ਕਰ ਲਿਆ ਹੈ, ਉਹਨਾਂ ਨੇ ਅਗਲੀ ਪੰਕਤੀ 'ਚ ਇਹ ਨਿਚੋੜ ਕਿ ਆਵ ਮੋਹੇ ਮਿਲਿਓ ਹੈ ਜੀਆਵਨ ਹਾਰ। ਮੈਂ ਨਹੀਂ ਮਰਨਾ, ਹੁਣ ਆਤਮਾ ਅਮਰ ਹੈ। ਮੈਨੂੰ ਜੀਵਨ ਦਾਤਾ ਉਹ ਮਿਲ ਗਿਆ ਜਿਸ ਨੇ ਮੈਨੂੰ ਜੀਵਨ ਦੀ ਜਾਂਚ ਬਖਸ਼ਿਸ਼ ਕਰ ਦਿੱਤੀ ਹੈ। ਤੋ ਕੱਲ੍ਹ ਦਾ ਪ੍ਰਸੰਗ ਚੱਲਦਾ ਸੀ ਇਸ ਧੂੜੀ ਬਾਰੇ। ਸਿੱਧਾਂ ਪੁਰਸ਼ਾਂ ਦੀਆਂ ਸਾਧੂ ਦੇ ਚਰਨਾਂ ਦੀ ਧੂੜੀ ਦਾ ਗੋਇਆ ਨੰਦ ਲਾਲ ਜੀ ਵੀ ਇਸ ਗਜ਼ਲ ਦੇ ਟੋਕ ਵਿੱਚ ਇੱਕ ਵਰਣਨ ਕੀਤਾ ਕਿ ਸਾਧੂ ਦੀ ਧੂੜੀ ਮੈਂ ਚੁੱਕ ਚੁੱਕ ਮੱਥੇ ਨੂੰ ਲਾਵਾਂ ਔਰ ਫਿਰ ਉਹ ਗਿਆਨ ਦੇ ਨੇਤਰ ਬਣਾਵਾਂ। ਕੀ ਉਹ ਆਨੰਦ ਹਿਰਦੇ ਵਿੱਚ ਬੈਰਾਗ ਦੇ ਨੇਤਰ ਅਤੇ ਭਗਤੀ ਦੇ ਨੇਤਰਾਂ ਨੂੰ ਉਹਨਾਂ ਨੇ ਵਰਣਨ ਕੀਤਾ ਹੈ। ਚੁੱਕ ਚੁੱਕ ਸਾਧੂ ਦੀ ਧੂੜੀ, ਚੁੱਕ ਚੁੱਕ ਮੱਥੇ ਨੂੰ ਲਾਵਾਂ, ਸੁਰਮਾ ਪਾਵਾਂ ਤਾਈਓ ਜੀਵਨ ਸਫਲ ਬਣਾਵਾਂ। ਔਰ ਉਹ ਧੂੜੀ ਦਾ ਕੱਲ ਕੁਛ ਇਸੇ ਭੂਮੀ ਦੇ ਨਾਲ ਸਿੱਧਸਰ ਦੀ ਭੂਮੀ 'ਤੇ ਬਾਬਿਆਂ ਆਣਾ, ਸਿੱਧ ਬਾਬਾ ਗਾਜੀ ਦਾਸ ਜੀ ਦੇ ਕੱਲ ਜੀਵਨ ਦੀ ਝਲਕ ਔਰ ਇਸ ਧੂੜੀ ਦਾ ਪ੍ਰਤਾਪ, ਜਿਹੜੀ ਕਿ ਕਈ ਦਫਾ ਧੂਰੀ ਲੇਖ ਮਿਟਾਇਆ। ਭਾਈ ਗੁਰਦਾਸ ਜੀ ਨੇ ਵੀ ਇਸ ਪੰਕਤੀ ਨੂੰ ਕਿ ਇਸ ਧੂੜੀ ਨੂੰ ਜੇ ਕੋਈ ਜਿਨ੍ਹਾਂ ਦੇ ਹਿਰਦੇ 'ਚ ਸ਼ਰਧਾ ਭਾਵਨਾ ਹੈ ਕਿ ਇਹ ਜੀਵਨ ਪਲਟ ਦਿੰਦੀ ਹੈ, ਉਹਨਾਂ ਦੇ ਲੇਖ ਮਿਟ ਜਾਂਦੇ, ਬੁਰੇ ਜਿਹੜੇ ਲੇਖ ਨੇ ਸ਼ੁਭ ਭਾਗ ਜਾਗ ਪੈਂਦੇ ਨੇ। ਗੋਇਆ ਨੰਦ ਲਾਲ ਜੀ ਨੇ ਦਸ਼ਮੇਸ਼ ਪਿਤਾ ਦੇ 52 ਆਲਮ ਫਾਜ਼ਲ ਜੀ ਨੂੰ ਕਹੇ ਬਹੁਤ ਮਹਾਨ ਵਿਸ਼ਾਲ ਵਿਦਵਾਨ, ਅਰਬੀ ਔਰ ਫਾਰਸੀ ਦੇ ਖਾਸ ਕਰਕੇ ਉਹ ਵਿਦਵਾਨ ਸਨ। ਅਰਬੀ ਵਿੱਚ ਕੁਰਾਨ ਸ਼ਰੀਫ ਹੈ, ਇਸ ਦਾ ਮੁਤਾਲਿਆ ਹਰ ਇੱਕ ਨਹੀਂ ਕਰ ਸਕਦੇ। ਅਰਬ ਦੇਸ਼ ਵਿੱਚ ਹੀ ਖੁਦਾ ਦੇ ਬਖਸ਼ੇ ਪੈਗੰਬਰ ਆਏ ਹਜ਼ਰਤ ਮੁਹੰਮਦ ਸਾਹਿਬ, ਜਿਨ੍ਹਾਂ ਦਾ ਸਾਰਾ ਮੁਤਾਲਿਆ ਹੀ ਕਰਨਾ, ਟਰਾਂਸਲੇਸ਼ਨ, ਤਰਜਮਾ ਕਹੋ, ਅਰਥ ਕਹੋ। ਅਰਬੀ ਦੇ ਵਿਦਵਾਨ ਲੋਕ, ਅਰਬੀ ਤੋਂ ਬਾਅਦ ਫਿਰ ਵਿਆਕਰਣੀ ਵੀ ਹੋਵੇ, ਅਰਥਬੋਧ ਵੀ ਆਉਂਦਾ ਹੋਵੇ। ਤੋ ਇਸੇ ਤਰ੍ਹਾਂ ਜੋ ਰੱਬ ਦੇ ਸੁਨੇਹੇ ਦੇਣ ਵਾਲਿਆਂ ਦੀਆਂ ਹਜ਼ਰਤ ਮੁਹੰਮਦ ਸਾਹਿਬ ਦੇ ਬਹੁਤ ਸ਼ਿਸ਼ ਚੇਲੇ ਹੋਏ ਨੇ, ਇਉਂ ਮੰਨੋ। ਚਲੋ ਮੈਂ ਤਾਂ ਤਰਜਮੇ ਬਾਰੇ ਵੀ ਗੱਲ ਕਰਦਾ। ਗੋਇਆ ਨੰਦ ਲਾਲ ਨੇ ਇੱਕ ਦਫਾ ਕੁਰਾਨ ਸ਼ਰੀਫ ਦਾ ਤਰਜਮਾ ਕੀਤਾ, ਅਰਥ ਕੀਤੇ, ਸਟੀਕ ਜਿਹਨੂੰ ਅਸੀਂ ਕਹਿੰਦੇ ਹਾਂ। ਉਹ ਗੱਲ ਜਿੱਥੇ 700 ਜਾਂ 1414 ਕਾਜ਼ੀ ਰੱਖੇ ਸੀ ਔਰੰਗਜ਼ੇਬ ਦੇ, 1400 ਕਾਜ਼ੀਆਂ ਵਿੱਚ ਉਹਨਾਂ ਵਿੱਚ ਹਾਜ਼ੀ ਵੀ ਬਹੁਤ ਸੀ। ਮੌਲਾਣੇ ਤਾਂ ਆਮ ਪੜ੍ਹਾਉਂਦੇ ਹੀ ਰਹਿੰਦੇ ਨੇ, ਔਰ ਉਹਨਾਂ ਲੋਕਾਂ ਦੇ ਤਰਜਮੇ ਕੀਤਿਆਂ 'ਚ ਕੁਰਾਨ ਸ਼ਰੀਫ ਦਾ ਜਿਹੜਾ ਤਰਜਮਾ ਕੀਤਾ ਗੋਇਆ ਨੰਦ ਲਾਲ ਨੇ, ਉਹਨੂੰ ਕੋਈ ਸੱਜਣ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਗਿਆ। ਜਦੋਂ ਅਰਥ ਸੁਣੇ 1414 ਕਾਜੀ ਹੈਰਾਨ ਰਹਿ ਗਏ। ਫਸਟ ਨੰਬਰ ਮਤਲਬ ਗੋਇਆ ਨੰਦ ਲਾਲ ਦੀ ਜੋ ਅਰਥ ਬੋਧ ਕੁਰਾਨ ਸ਼ਰੀਫ ਦੇ ਕੀਤੇ ਸੀ ਉਸ ਦਾ ਆਇਆ। ਔਰੰਗਜ਼ੇਬ ਕਹਿਣ ਲੱਗੇ, ਐਂ ਕਰੋ, ਇਹ ਕੌਣ ਹੈ? ਇੱਕ ਗੋਇਆ ਨੰਦ ਲਾਲ ਗਜ਼ਨੀ ਤੋਂ ਚੱਲਿਆ ਸੀ ਔਰ ਹਿੰਦੁਸਤਾਨ ਦੀ ਧਰਤੀ ਵਿੱਚ ਆਇਆ ਸੀ। ਹੌਲੀ ਹੌਲੀ ਕਾਬਲ, ਕੰਧਾਰ, ਪਸ਼ਾਵਰ ਕਿਤੇ ਦਰਬਾਰ ਦੇਖਾਂ ਜਿੱਥੇ ਮੇਰੀ ਵਿਦਿਆ ਦਾ ਕੋਈ ਮੁੱਲ ਪਵੇ। ਜੋ ਜੋ ਇਹ ਧਰਮਾਤਮਾ ਕੋਈ ਵਿਦਵਾਨ ਹੈ ਜਿੱਥੇ ਕੋਈ ਕੀਮਤ ਪਾਉਣ ਵਾਲਾ ਨਹੀਂ, ਜੌਹਰੀ ਨਹੀਂ। ਬਿਨ ਗੁਣ ਗਾਹਕ ਵੇਚੀ ਹੈ ਤੋ ਗੁਣ ਸਹਿਕ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਿਕਾਏ। ਨਹੀਂ ਤਾਂ ਕੌਡੀਆਂ ਦੇ ਭਾਅ ਵੀ ਨਹੀਂ ਪੁੱਛਦੇ। ਆਖਿਰ ਲਾਹੌਰ ਦਰਬਾਰ ਤੱਕ ਵੀ ਆਇਆ। ਇਸ ਸੂਬਿਆਂ ਨੂੰ ਤੈਅ ਕੀਤਾ। ਆਨੰਦਪੁਰੀ ਵਿੱਚ ਆ ਕੇ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਕਰਕੇ ਸ਼ਾਂਤੀ ਆਈ। ਉੱਥੇ ਵਿਦਵਾਨ ਲੋਕ ਹੋਰ ਵੀ ਆਪੋ ਆਪਣੀਆਂ ਕਲਮਾਂ ਦੇ ਧਨੀ ਵਿਦਵਾਨ ਬੈਠੇ ਸੀ। ਗੋਇਆ ਨੰਦ ਲਾਲ ਨੇ ਉੱਥੇ ਆ ਕੇ ਸ਼ਾਂਤੀ ਵੀ ਔਰ ਇੱਥੇ ਕਿਆ ਮਨਾ
ਇੱਥੇ ਤੇਰੀ ਕੀਮਤ ਪਊਗੀ। ਇੱਕ ਗਜ਼ਲ ਹੀ ਭੇਟਾ ਕੀਤੀ, ਹਜ਼ੂਰ ਨੇ ਖੁਸ਼ ਹੋ ਕੇ ਉਸ ਦਿਨ ਤਾਂ 1 ਲੱਖ ਰੁਪਇਆ ਉਹਨੂੰ ਇਨਾਮ ਦਿੱਤਾ। 3-3 ਲੱਖ ਵੀ ਇੱਕ ਗਜ਼ਲ ਤੇ ਐ ਹਜ਼ੂਰ ਨੇ ਵਾਰਿਆ ਹੈ। ਐਸੇ ਆਲਮ ਫਾਜ਼ਲ ਨੂੰ ਔਰੰਗਜ਼ੇਬ ਨੇ ਆਖਿਆ, ਐਡੇ ਵਿਦਵਾਨ ਹੋਵੇ ਕੋਈ, ਉਹਨੂੰ ਆਪਾਂ ਮੁਸਲਮਾਨ ਬਣਾ ਲਓ, ਬੜਾ ਵਾਧਾ ਹੋਵੇਗਾ। ਪਰ ਇਸ ਗੱਲ ਤੇ ਅੱਗੇ ਇਨਕਾਰ ਸੀ। ਭਾਵ ਉਸ ਵਿਦਵਾਨ ਨੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਇੱਕ ਬੇਨਤੀ ਕੀਤੀ, ਮੈਂ ਬਹੁਤ ਦੂਰੋਂ, ਜਿਵੇਂ ਗੁਰਬਾਣੀ ਚਾਹੋ ਦੂਰੋਂ ਆਇਆ ਚੱਲ ਕੇ, ਮੈਂ ਬੜੀ ਦੂਰੋਂ ਮੰਜ਼ਲਾਂ ਤੈਅ ਕਰਦਾ ਆਇਆ, ਮੈਂ ਤੱਕੀ ਤੋ ਸ਼ਰਨਾਏ ਜੀ, ਮੈਂ ਅੱਜ ਤੁਹਾਡੀ ਸ਼ਰਨ ਵਿੱਚ ਆ ਕੇ ਬੜਾ ਕੁਝ ਖਟਿਆ, ਜਿਹੜੀ ਕਿਸੇ ਰਾਜੇ ਮਹਾਰਾਜਾਂ ਦੇ ਦਰਬਾਰਾਂ ਵਿੱਚ ਇਹ ਸ਼ਾਂਤੀ ਨਹੀਂ ਸੀ, ਨਾ ਕੀਮਤ ਪਾਉਣ ਵਾਲਾ ਸੀ ਕੋਈ ਉੱਥੇ। ਮੈਨੂੰ ਇੱਥੇ ਤੁਹਾਡੇ ਦਰਬਾਰ ਵਿੱਚ ਆਪ ਬੜੇ ਧਨੀ ਹੋ, ਕਲਮ ਦੇ ਧਨੀ ਹੋਣਾ, ਤੇਗ ਦੇ ਧਨੀ ਹੋਣਾ, ਦੇਗ ਦੇ ਧਨੀ, ਮਹਾਨ ਕੀਰਤਨ ਦੇ ਧਨੀ ਹੋਣਾ, ਵਿਦਵਤਾ ਦੇ ਧਨੀ ਹੋਣਾ, ਹਰ ਵਸਤੂ ਤੇ ਲਾਓ 14 ਵਿਦਿਆ ਵਿੱਚ, ਸ਼ਾਸਤਰ ਵਿਦਿਆ ਵਿੱਚ ਧਨੀ ਹੋਣਾ, ਸ਼ਾਸਤਰ ਵਿਦਿਆ ਵਿੱਚ ਧਨੀ ਹੋਣਾ, 14 ਵਿਦਿਆ ਨਿਧਾਨ ਤੇ ਕਹਿ ਦਈਏ। ਪਰ ਮੈਨੂੰ ਇੱਕ ਗੱਲ ਤੁਹਾਡੇ ਦਰਬਾਰ ਵਿੱਚ ਜੋ ਹਾਸਲ ਹੋਈ ਹੈ, ਕੋਈ ਆਨੰਦ ਲਾਲ ਨੇ ਹੀ ਆਖਿਆ, ਮੈਂ ਇੱਕ ਬੇਨਤੀ ਕਰਦਾ, ਕੌਣ ਕੌਣ ਅਪਰਾਧੀ ਇੱਥੇ ਬਖਸ਼ੇ ਜਾਂਦੇ ਹੈ। ਇਹ ਤੁਹਾਡਾ ਜੋ ਦਰਬਾਰ ਸਜਾਇਆ ਹੋਇਆ ਹੈ, ਮੈਂ ਇਸ ਦਰਬਾਰ ਵਿੱਚ ਆ ਕੇ, ਜਿਸ ਨੂੰ ਅੱਜ ਦੇ ਲੋਕ ਪੜ੍ਹੇ ਲਿਖੇ ਫਾਰਨ ਕੰਟਰੀ ਵਿੱਚ ਵੀ ਮੀਨ, ਜਿੱਥੇ ਉਹ ਇੱਕ ਖਾਸ ਮੀਨਸ ਹੈ, ਉਹ ਕਿਹੜਾ ਹੈ? ਪੀਸ ਆਫ ਮਾਈਂਡ, ਆਤਮਾ ਨੂੰ ਸ਼ਾਂਤੀ ਮਿਲਦੀ ਹੈ। ਦਰਬਾਰ ਨੂੰ ਮੈਂ ਤੇਰੋ ਦਰਬਾਰਿਆ, ਮੈਂ ਤੱਕਿਆ ਹੈ ਤੇਰੇ ਜੈਸਾ ਦਰਬਾਰ, ਬੜੇ ਬੜੇ ਰਾਜੇ ਮਹਾਰਾਜਾਂ ਦੇ ਦਰਬਾਰ ਦੇਖੇ, ਪਰ तेरा दर ऐसा ऐसा है, तेरा दर ऐसा ऐसा है, तेरा दर ऐसा ऐसा, ऐसा ऐसा है तेरा दर, ऐसा ऐसा है तेरा दर, ਮਿਲਦਾ ਮਾਣ ਮਾਣਿਆਂ ਨੂੰ, ਮਾਣ ਮਾਣਿਆਂ ਨੂੰ, ਮਿਲਦਾ ਮਾਣ ਮਾਣਿਆਂ ਨੂੰ, ਮਾਣ ਮਾਣਿਆਂ ਨੂੰ, ਮਿਲਦਾ ਮਾਣ ਨੇ ਮਾਣਿਆਂ ਨੂੰ, ਮਿਲਦਾ ਮਾਣ ਨੇ ਮਾਣਿਆਂ ਨੂੰ, ਤੇਰਾ ਦਰ ਐਸਾ ਐਸਾ, ਤੇਰਾ ਦਰ ਐਸਾ ਐਸਾ ਹੈ, ਮਿਲਦਾ ਮਾਣ ਨੇ ਮਾਣਿਆਂ ਨੂੰ, ਮਿਲਦਾ ਮਾਣ ਨੇ ਮਾਣਿਆਂ ਨੂੰ, ਜਿੱਥੇ ਕਬੀਰ ਜੈਦਰ ਆਵਤ ਜਾਤ ਹਾਂ, ਹਟ ਕੇ ਨਾਹੀ ਕੋਏ, ਇਸ ਦਰਬਾਰ ਵਿੱਚ ਕਿਸੇ ਨੂੰ ਨਹੀਂ ਰੋਕਿਆ ਜਾਂਦਾ। ਦਰਬਾਰ ਨੂੰ ਮੈਂ ਤੇਰੋ ਦਰਬਾਰਾ। ਔਰ ਮੈਂ ਹੋਰ ਵੀ ਇੱਕ ਗੱਲ ਦੇਖੀ ਤੁਹਾਡੇ ਦਰਵਾਜ਼ੇ ਤੇ, ਲక్ష్ਮੀ ਖੜੀ ਤੁਮਰੇ ਦਰਬਾਰਾ। ਤੁਹਾਡੇ ਦਰਵਾਜ਼ੇ ਤੇ ਲక్ష్ਮੀ ਦੁਨੀਆ ਆਨਾ ਆਨਾ ਕਰਦੀ ਮੰਗਦੀ ਫਿਰਦੀ ਹੈ, ਪਰ ਤੁਹਾਡੇ ਦਰਵਾਜ਼ੇ ਤੇ ਲక్ష్ਮੀ ਖੜੀ ਪਹਿਰੇ ਦਿੰਦੀ ਹੈ। ਜਾ ਕੇ ਹਰ ਸਹਿ ਠਾਕਰ ਭਾਈ, ਮੁਕਤ ਅਨੰਤ ਪੁਕਾਰਨ ਜਾਈ।
ਲక్ష్ਮੀ ਖੜੀ ਤੁਮਰੇ ਦਰਬਾਰਾ। ਹੋਰ ਵੀ ਦੇਖਿਆ ਮੈਂ, ਉਹ ਨੇਤਰ ਬਖਸ਼ਦੇ ਸੀ। ਸਗਲ ਦੇਵ ਕਰਦੇ ਨਮਸਕਾਰ। ਇੱਥੇ 33 ਕਰੋੜ ਦੇਵੀ ਦੇਵਤੇ, 96 ਕਰੋੜ ਕਹੋ, ਸਾਰੇ ਦੇਵਤੇ ਤੇਰੇ ਦਰਵਾਜ਼ੇ ਤੇ ਆ ਕੇ ਨਮਸਕਾਰਾਂ ਮੱਥੇ ਟੇਕਦੇ ਦੇਖ ਰਿਹਾ ਹਾਂ ਮੈਂ। ਸਗਲ ਦੇਵ ਔਰ ਉਹ ਦਰਬਾਰ ਸੱਚਖੰਡ ਵਸੈ ਨਿਰੰਕਾਰ। ਦਰਬਾਰ ਰਾਜਿਆਂ ਦੇ ਵੀ ਮੈਂ ਗਜ਼ਨੀ ਤੋਂ ਚੱਲ ਕੇ ਤੁਰਦਾ ਤੁਰਦਾ ਉਹਨਾਂ ਦਰਿਆਂ ਨੂੰ ਵੀ ਪਾਸ ਕੀਤਾ। ਪੜ੍ਹੇ ਲਿਖੇ ਸੱਜਣ ਬੈਠੇ ਨੇ, ਜਗਰਾਫੀ ਜਿਨ੍ਹਾਂ ਨੇ, ਔਰ ਉਹਨਾਂ ਦਰਿਆਂ ਤੋਂ ਮੈਂ ਜਿੱਥੇ ਅਫਗਾਨਿਸਤਾਨ, ਬਲੋਚਿਸਤਾਨ, ਕਾਬਲ, ਕੰਧਾਰ, ਪਸ਼ਾਵਰ ਤੈਅ ਕਰਕੇ ਬੜੇ ਬੜੇ ਰਾਜੇ ਮਹਾਰਾਜਿਆਂ ਦੀਆਂ, ਕੰਧਾਰੀਆਂ ਦੀਆਂ ਮਹਿਫਲਾਂ ਵਿੱਚ ਹੀ ਲੰਘਦਾ ਆਇਆ। ਲਾਹੌਰ ਲੰਘ ਕੇ ਅੰਮ੍ਰਿਤਸਰ ਆਦਿ ਕੇ ਆਲਮ ਫਾਜ਼ਲ ਦੀ ਗੱਲ, ਜਿਸ ਦੇ ਤਰਜਮੇ ਨੂੰ ਕੁਰਾਨ ਸ਼ਰੀਫ ਦੇ ਨੂੰ ਅਰਬੀ ਅਤੇ ਫਾਰਸੀ ਦੇ ਆਲਮ ਹੋਣ ਫਾਜ਼ਲ, ਜਿਹਨੂੰ ਅਸੀਂ ਅੱਜ ਕੱਲ੍ਹ ਬੜੀ ਬੜੀਆਂ ਡਿਗਰੀਆਂ ਦੇ ਰਹੇ ਹਾਂ, PhD, ਡਿਪਲੋਮੇ, ਐਮਫਲਾਂ, ਪਰ ਇਹ ਖੁਦਾਈ ਰੱਬੀ ਬੰਦਗੀ ਵਿੱਚ 1414 ਕਾਜ਼ੀ ਦਾ ਮਾਣ ਤੋੜ ਦੇਣਾ। ਕੁਰਾਨ ਸ਼ਰੀਫ ਦਾ ਜਦੋਂ ਤਰਜਮਾ ਕਰਕੇ ਔਰੰਗਜ਼ੇਬ ਦੇ ਦਰਬਾਰ ਤੱਕ ਪਹੁੰਚਾਉਣ ਵਾਲਿਆਂ ਨੇ ਪਹੁੰਚਾ ਦਿੱਤਾ ਕਿ ਇਹ ਆਲਮ ਫਾਜ਼ਲ ਇੱਕ ਕਵੀ ਗੋਇਆ ਨੰਦ ਲਾਲ ਹੈ ਔਰੰਗਜ਼ੇਬ, ਜਿਸ ਨੇ ਕੁਰਾਨ ਸ਼ਰੀਫ ਦਾ ਤਰਜਮਾ ਕੀਤਾ ਹੈ। ਹੈਰਾਨ ਹੋ ਗਿਆ, ਭਾਈ ਇਸ ਸੱਜਣ ਨੂੰ ਇਹ ਕਿੱਥੇ ਰਹਿੰਦਾ ਹੈ? ਬਾਬਾ ਰਹਿੰਦਾ ਹੈ ਦਰਬਾਰ ਗੁਰੂ ਗੋਬਿੰਦ ਸਿੰਘ ਦੇ ਆਨੰਦਪੁਰੀ ਵਿੱਚ ਰਹਿੰਦਾ। ਇਸ ਨੂੰ ਮੁਸਲਮਾਨ ਬਣਾ ਲਓ, ਫਿਰ ਆਪਾਂ ਨੂੰ ਬੜਾ ਫਾਇਦਾ ਹੋਵੇਗਾ। ਆਪਣੇ ਧਰਮ ਨੂੰ, ਇਸਲਾਮ ਮਤ ਨੂੰ ਵੱਧ ਤੋਂ ਵੱਧ ਸੁਨੇਹੇ ਦੇਣ ਵਾਸਤੇ ਇਸ ਦਾ ਤਰਜਮਾ, ਇਸ ਦਾ ਟਰਾਂਸਲੇਸ਼ਨ ਜੋ ਕੀਤਾ ਹੈ, ਔਰ ਇਹ ਆਪ ਵੀ ਖੁਦ ਸਾਡੇ ਵਾਸਤੇ ਫਾਇਦੇਮੰਦ ਹੈ। ਭਾਵ ਉਸ ਨੂੰ ਮੁਸਲਮਾਨ ਬਣਾਉਣ ਤੱਕ ਚਲੇ ਗਏ। ਮੈਂ ਸਿਰਫ ਅਗਲੀ ਹਿਸਟਰੀ ਤੋਂ, ਉਸ ਦੇ ਜੀਵਨ ਗੋਇਆ ਨੰਦ ਲਾਲ ਤੋਂ, ਇਧਰ ਐਡੇ ਵਿਦਵਾਨ ਦੀ, ਜਿੱਥੇ ਇੱਕ ਇੱਕ ਗਜ਼ਲ ਨੂੰ ਕਾਵ ਰਚਨਾ ਅਰਬੀ ਵਿੱਚ ਔਰ ਫਾਰਸੀ ਦੇ ਸ਼ਬਦਾਂ ਨਾਲ ਹਜ਼ੂਰ ਦਸ਼ਮੇਸ਼ ਪਿਤਾ ਜੀ ਨੇ ਵੀ 10ਵੇਂ ਗ੍ਰੰਥ ਵਿੱਚ ਵੀ, ਔਰ ਜ਼ਫਰਨਾਮਾ ਖਾਸ ਕਰਕੇ ਕੁਝ ਅਰਬੀ ਦੇ ਸ਼ਬਦ ਤੇ ਫਾਰਸੀ ਵਰਤੀ ਹੋਈ ਹੈ। ਉਹਨਾਂ ਦਾ ਮੁਤਾਲਿਆ ਕਰਨਾ ਜੋ ਹੈ, ਭਾਵ ਐਸੇ ਵਿਦਵਾਨ ਦੀ ਅੱਜ ਦਸ਼ਮੇਸ਼ ਪਿਤਾ ਦੇ ਦਰਬਾਰ ਵਿੱਚ ਉਪਮਾ ਸੁਣ ਕੇ ਹੀ ਨਹੀਂ, ਜਿੱਥੇ ਪਹੁੰਚ ਗਏ ਉੱਥੇ ਆਖਰ ਫੁੱਲ ਸਟਾਪ, ਜਿਹਨੂੰ ਕਿ ਬੰਦ, ਬਸ ਅੱਗੇ ਕਹਿੰਦਾ ਮੈਂ ਹੁਣ ਕਿਸੇ ਰਾਜੇ ਮਹਾਰਾਜੇ ਦੇ ਦਰਬਾਰ ਵਿੱਚ ਨਹੀਂ ਜਾਣਾ। ਮੈਨੂੰ ਬਾਦਸ਼ਾਹ ਦਰਵੇਸ਼, ਜਿਸ ਤਰ੍ਹਾਂ ਕਿ ਗੁਰੂ ਗੋਬਿੰਦ ਸਿੰਘ ਫਕੀਰ ਵੀ ਹੈ ਔਰ ਮੀਰ ਵੀ ਹੈ, ਮੀਰ ਬਾਦਸ਼ਾਹ, ਪੀਰ ਵੀ ਹੈ ਤੇ ਮੀਰ ਵੀ ਹੈ। ਦੋ ਗੱਲਾਂ ਮੈਂ ਇੱਥੇ ਢੁਕਦੀਆਂ ਦੇਖ ਰਿਹਾ। ਇੱਕ ਇੱਕ ਗੱਲ ਬਣ ਆਉਂਦੀ ਹੈ, ਕਿਸੇ ਕਿਸੇ ਥਾਂ ਬਣਦੀ ਹੋਵੇ, ਪਰ ਪੀਰੀ ਤੇ ਮੀਰੀ, ਬਾਦਸ਼ਾਹੀ ਤੇ ਫਕੀਰੀ ਇਸ ਦਰਵਾਜ਼ੇ ਤੇ ਔਰ ਕਿਤਨੇ ਦੇਵਤੇ ਪਹਿਰੇ ਦਿੰਦੇ ਹਨ। ਲక్ష్ਮੀ ਖੜੀ ਥਰ ਥਰ ਕਮ ਕੇ ਹੈ ਔਰ ਦਰਵਾਜ਼ੇ ਤੇ ਖੜੀ ਪਹਿਰੇ ਦੇ ਰਹੀ ਹੈ। ਦਰਬਾਰਨ ਮੈਂ ਤੇਰੋ ਦਰਬਾਰ। ਪਰ ਹਾਂ ਜੀ, ਮੈਂ ਹੁਣ ਇੱਕ ਬੇਨਤੀ ਸੰਸਾਰ ਵਾਸਤੇ, ਆਪਦੇ ਜੀਵਨ ਵਾਸਤੇ ਕਰਦਾ। ਗੋਇਆ ਨੰਦ ਲਾਲ ਨੇ ਕਿਹਾ, ਪਾਤਸ਼ਾਹ ਇੱਕ ਗੱਲ ਮੇਰੀ, ਮੈਨੂੰ ਇਉਂ ਦੱਸੋ, ਮਤ ਸ਼ਹਿ ਭਾਵਾਂ ਕੇ ਨਾ ਭਾਵਾਂ ਨਾ। ਠੀਕ ਹੈ, ਮੇਰਾ ਮਾਣ ਸਤਿਕਾਰ ਕਰਦੇ ਹੋ, ਅਸੀਂ ਇੱਥੇ ਤਾਰਨਾ ਪਿਆਰਨਾ, ਪਰ ਪਤਾ ਇਹ ਨਹੀਂ, ਇੱਕ ਗੱਲ ਧਿਆਨ ਨਾਲ, ਅਜੇ ਪਤਾ ਨਹੀਂ ਬਖਸ਼ੇ ਜਾਵਾਂਗੇ ਕਿ ਨਾ, ਅਜੇ ਪਤਾ ਨਾ ਬਖਸ਼ੇ ਜਾਵਾਂਗੇ ਕਿ ਨਾ। ਅਜੇ ਪਤਾ ਨਾ ਬਖਸ਼ੇ ਜਾਵਾਂਗੇ ਕਿ ਨਾ, ਅਜੇ ਪਤਾ ਨਾ ਬਖਸ਼ੇ ਜਾਵਾਂਗੇ ਕਿ ਨਾ।
ਪਤਾ ਨਾ ਅਜੇ ਪਤਾ ਨਾ ਬਖਸ਼ੇ ਜਾਵਾਂਗੇ ਕਿ ਨਾ ਅਜੇ ਪਤਾ ਨਾ ਬਖਸ਼ੇ ਜਾਵਾਂਗੇ ਕਿ ਨਾ कबीर गर्व न कीजिए लंकन हंसिए रोज अजय सो नौ समुद्र में क्या हो। ਇਹ ਨੌਕਾ ਹੈ ਨਾ ਜਿਹੜਾ ਜੇ ਸਮੁੰਦਰ ਵਿੱਚ ਦਰਿਆ ਵਿੱਚ ਵਹਿੰਦਾ ਜਾ ਰਿਹਾ ਹੈ, ਇਹ ਕੋਈ ਪਤਾ ਨਹੀਂ ਅਜੇ ਕਿਨਾਰੇ ਲੱਗੂ ਕਿ ਨਹੀਂ। ਮਤ ਸ਼ੈ ਪਾਵਾਂ ਕਿ ਨਾ ਪਾਵਾਂ ਰਾਮ। ਮੈਂ ਸ਼ੈ ਖੁਦਾ ਨੂੰ, ਅੱਲਾ ਵਾਹਿਗੁਰੂ ਪਰਮੇਸ਼ਰ ਨੂੰ ਅਜੇ ਪਾਇਆ ਕਿ ਨਹੀਂ, ਮੈਨੂੰ ਇਹ ਦੱਸ ਦਿਓ ਤੁਸੀਂ। ਦੂਸਰਾ, ਤੁਹਾਡੇ ਦਰਬਾਰ ਵਿੱਚ ਜੋ ਇਹ ਸੰਗਤ ਆਉਂਦੀ ਹੈ, 9 ਪਾਤਸ਼ਾਹੀਆਂ ਪਹਿਲਾਂ ਹੋਲੀਆਂ, ਉਹਨਾਂ ਵਿੱਚ ਬਖਸ਼ੇ ਜਾਂਦੇ ਸੀ। ਗੋਇਆ ਸੱਤਾ ਬਲਵੰਡਾ ਜੀ ਨੇ ਦੋਏ ਇਹ ਮਰਦਾਨੇ ਕਹੀ ਸੀ। ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਦੇ ਸੀ। ਕਰਦਿਆਂ ਕਰਦਿਆਂ ਨੂੰ ਮਾਣ ਹੋ ਗਿਆ ਸੀ, ਸਿਰਫ ਟਕਿਆਂ ਪਿੱਛੇ, ਔਰ ਗੁਰੂ ਦੇ ਦਰਬਾਰ ਤੋਂ ਖਾਰਜ ਹੋ ਗਏ। ਮਾਣ ਕੀਤਾ, ਕੋੜੀ ਵੀ ਹੋ ਗਏ ਗੁਰੂ ਦੀ ਨਿੰਦਿਆ ਕਰਨ ਤੋਂ। ਇੱਥੇ ਤੱਕ ਗਏ ਜੀ, ਸਾਡਾ ਬਜ਼ੁਰਗ ਮਰਦਾਨਾ ਨਾ ਤਾਰ ਵਜਾਉਂਦਾ ਤਾਂ ਗੁਰੂ ਨਾਨਕ ਨੂੰ ਕਿਹਨੇ ਪੁੱਛਣਾ ਸੀ। ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਮੈਨੂੰ ਭਾਵੇਂ ਗਾਲੀਆਂ ਕੱਢ ਲੈਂਦਾ ਭਾਈ ਸੱਤਾ ਬਲਵੰਡਾ, ਰਾਏ ਨਾਮ ਰਾਜੇ ਮਹਾਰਾਜਿਆਂ 'ਚ ਵਰਤਿਆ ਜਾਂਦਾ ਹੈ ਤਖੱਲਸ। ਰਾਏ ਸੱਤਾ ਬਲਵੰਡਾ ਕਰਕੇ ਸੰਗਤਾਂ ਰਾਗੀ ਦੋਵੇਂ ਪਿਆਰੇ ਭਰਾਵਾਂ ਨੂੰ ਮਿਲ ਕੇ ਮਿੱਠਾ ਕੀਰਤਨ ਕਰਦੇ ਸੀ। ਆਓ ਰਾਏ ਸੱਤਾ ਬਲਵੰਡਾ ਜੀ, ਪਰ ਤੁਸੀਂ ਜਿਹੜਾ ਸਾਡੇ ਬਜ਼ੁਰਗਾਂ ਨੂੰ ਨਿੰਦਿਆ ਹੈ ਨਾ, ਗੁਰੂ ਨਾਨਕ ਸਾਹਿਬ ਨੂੰ, ਬਾਬਾ ਨਾਨਕ ਸ਼ਾਹ ਫਕੀਰ, ਹਿੰਦੂਆਂ ਦਾ ਗੁਰੂ ਸਦਾਵੇਂ, ਮੁਸਲਮਾਨਾਂ ਦਾ ਪੀਰ, ਜਾਓ ਮੈਨੂੰ ਜੋ ਮਰਜ਼ੀ ਕਹਿ ਲੈਂਦੇ, ਪਰ ਮੇਰੇ ਬਜ਼ੁਰਗ ਦੀ ਜੋ ਨਿੰਦਿਆ ਕੀਤੀ ਹੈ, ਇਸ ਨਿੰਦਿਆ ਦਾ ਫਲ ਇਹ ਹੋਵੇਗਾ, ਜਾਓ ਤੁਸੀਂ ਕੋੜੀ ਹੋ ਜਾਵੋਗੇ, ਪਰ ਮੇਰੀ ਸੰਗਤ ਤੁਹਾਨੂੰ ਕੋਈ ਮੁੱਖ ਨਹੀਂ ਲਾਊਗੀ। ਫਿਟਕਾਰ ਦਿੱਤੇ ਗੁਰ ਕੀ ਨਿੰਦਾ ਦਾ ਇਹ ਫਲ ਮਿਲਿਆ। ਹਾਂ, ਕੋਈ ਸਮਾਂ ਆਇਆ ਭਟਕਦਿਆਂ ਨੂੰ, ਮਹਾਰਾਜ ਬਖਸ਼ ਲਓ, ਭਾਈ ਲੱਦੇ ਦੀ ਕਥਾ ਆਉਂਦੀ ਹੈ, ਲਾਹੌਰ ਵਾਸੀ ਦੀ, ਪਰਉਪਕਾਰੀ ਦੀ। ਮਹਾਰਾਜ ਉਹਨਾਂ ਨੂੰ ਬਖਸ਼ ਲਓ ਤਾਂ ਉਹਨੂੰ ਕੋੜੀ ਹੋ ਗਏ, ਕੋਈ ਮੱਥੇ ਨਹੀਂ ਲੱਗਣ ਦਿੰਦਾ। ਇੱਥੇ ਇੱਕ ਰਾਜਨੀਤਿਕ ਮੈਂ ਦੋਹਾ ਬੋਲ ਰਿਹਾ, ਗੁਣੀ ਪੁਰਸ਼ ਘਰ ਮੇਂ ਵਹਿ ਤੋ 3 ਬਾਤ ਕੀ ਹਾਨ, ਗੁਣ ਕਟੈ ਭੂਖਾ ਮਰੈ ਔਰ ਘਟਾਏ ਮਾਨ। ਜੋ ਕੋਈ ਗੁਣਵਾਨ ਪੁਰਸ਼ ਹੈ, ਜੋ ਚੁੱਪ ਕਰਕੇ ਘਰ ਬੈਠ ਜਾਵੇ, ਉਹਨੂੰ 3 ਘਾਟੇ ਪੈਂਦੇ ਨੇ। ਪਹਿਲੀ ਗੱਲ, ਉਹਦਾ ਗੁਣ ਘਟਣਾ ਸ਼ੁਰੂ ਹੋ ਜਾਵੇਗਾ। ਵਾਰਾ ਰੋਜ਼ ਨਿਤਨੇਮ ਚੱਲਦਾ, ਇਹਦੇ ਨਾਲ ਵਿਦਿਆ ਵੱਧਦੀ ਹੋਈ ਜਾਂਦੀ ਹੁੰਦੀ ਹੈ। ਦੂਸਰਾ, ਜਦੋਂ ਉਹਨੇ ਕਰਨਾ ਹੀ ਕੁਛ ਨਹੀਂ, ਭੁੱਖਾ ਮਰਨਾ ਵਿਦਵਾਨ ਸ਼ੁਰੂ ਹੋ ਜਾਂਦਾ ਹੈ, ਗੁਣਵਾਨ ਪੁਰਸ਼। ਤੀਸਰੇ, ਉਹਦਾ ਮਾਨ ਸਤਿਕਾਰ, ਜਿੱਥੇ ਹਜ਼ਾਰਾਂ ਲੋਕਾਂ ਵਿੱਚ ਜਾ ਕੇ ਮੱਥੇ ਲੱਗਣੇ, ਸਤਿਕਾਰ ਹੈ, ਨਹੀਂ ਕਿਸੇ ਨੇ ਪੁੱਛਣਾ ਨਹੀਂ, ਔਰ ਘਟਾਏ ਮਾਨ, ਉਹਦਾ ਮਾਨ ਭੁੱਖ। ਇਹ 3 ਘਾਟੇ ਪੈਂਦੇ ਨੇ ਵਿਦਵਾਨ ਔਰ ਗੁਣਵਾਨ ਪੁਰਸ਼ਾਂ ਵੱਲ। 3 ਘਾਟਿਆਂ 'ਚ ਰਾਏ ਸੱਤਾ ਬਲਵੰਡਾ ਆ ਗਏ, ਕੋਈ ਨਹੀਂ ਪੁੱਛਦਾ, ਔਰ ਫਿਰ ਸਰੀਰਕ ਤੌਰ 'ਤੇ ਕੋੜੀ ਹੋ ਗਏ, ਰੋਗੀ, ਕੋਈ ਮੱਥੇ ਨਹੀਂ ਲਾਉਂਦਾ। ਹਜ਼ੂਰ ਬਖਸ਼ਿਸ਼ ਦੇ ਦਾਤੇ ਨੇ। ਭਾਈ ਲੱਦਾ ਕੀ ਕਹਿ ਰਹੇ ਹੈ, ਤੂੰ ਪਰਉਪਕਾਰੀ ਹੈ। ਮਹਾਰਾਜ ਉਹਨਾਂ ਨੂੰ ਬਖਸ਼ ਲਓ। ਤੁਹਾਡੇ ਦਰਬਾਰ ਦੇ ਕੀਰਤਨੀਏ ਸੀ, ਆਈ ਸੰਗਤ ਨੂੰ ਤੁਹਾਡੀ ਬਾਣੀ ਨਾਲ ਉਹ ਜਿਸ ਤਰ੍ਹਾਂ ਹੰਸਾਂ ਨੂੰ ਚੋਗ ਪਾਈਦਾ, ਹੰਸਾਂ ਹੀਰਾ ਮੋਤੀ ਚੁਗਣਾ, ਉਹ ਖੁਰਾਕ ਫਿਰ ਵੀ ਉਹ ਮਾਨ ਸਰੋਵਰ ਰਚ ਦਿੰਦੇ ਸੀ।
ਤੁਹਾਡੇ ਸਿੱਖ ਹੰਸਾਂ ਨੂੰ ਖੁਰਾਕ ਮਿਲਦੀ ਸੀ, ਹੰਸਾਂ ਹੀਰਾ ਮੋਤੀ ਚੁਗਣਾ। ਉਹ ਪਰ ਇਹ ਗੱਲ ਅਗਲੀ ਪੰਕਤੀ 'ਚ ਆ ਜਾਂਦਾ, ਵਗ ਡੱਡਾਂ ਪਾਲਣ ਜਾਵੇ। ਰੰਗ ਤਾਂ ਬਗਲਿਆਂ ਦਾ ਵੀ ਹੋਇਆ ਜਿਹੀ ਹੁੰਦਾ ਹੰਸਾਂ ਦਾ ਵੀ, ਪਰ ਖੁਰਾਕ ਦਾ ਔਰ ਅੰਤਰੀਵੀ ਮੇਦੇ ਦਾ, ਅੰਤਸ਼ਕਰਨ ਦਾ, ਪੋਟੀ ਦਾ ਫਰਕ ਬਹੁਤ ਹੈ। ਅਗਰ ਬਗਲਾ ਇੱਕ ਮੋਤੀ ਚੁਗ ਲਵੇ, ਉਹਦਾ ਹੀਰਾ ਲਾਲ ਨਹੀਂ ਬਣਾ ਸਕਦਾ। ਇੱਕ ਸਿਰਫ ਪੋਟਾ ਹੈ ਹੰਸ ਦਾ ਜਿਹੜਾ ਮੋਤੀ ਚੁੱਕ ਕੇ ਹੀਰੇ ਲਾਲ ਉਗਲਛਣ ਕਰਦਾ ਹੈ। ਉਹ ਹੰਸ ਸਿੱਖ ਕੋਈ ਇਥੋਂ ਚੋਗ ਚੁਗ ਲਵੇ, ਉਸਨੂੰ ਕਿਹਾ ਉੱਤਮ ਸ਼ਲੋਕ ਸਾਧ ਕੇ ਬਚਨ, ਕੋਈ ਸਾਧੂ ਦਾ ਬਚਨ। ਫਿਰ ਜਿਨ੍ਹਾਂ ਨੇ ਨਾਮ ਮੋਤੀ ਹਿਰਦੇ ਵਿੱਚ ਪਰੋ ਲਿਆ, ਹਜ਼ਮ ਕੀਤਾ, ਸੁਣਿਆ, ਮੰਨਿਆ, ਮਨ ਕੀਤਾ ਭਾਵ। ਕਮਾਈ ਵਾਲੇ ਦਾ ਜਦੋਂ ਵਚਨ ਉਗਲਛਣ ਹੋਵੇਗਾ, ਉਚਾਰਨ ਕਰੇਗਾ, ਉਸਨੇ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਵਰਣਨ ਕੀਤਾ ਹੈ। ਉਹ ਪਿਆਰ ਦੇ ਨਾਲ ਹੀਰੇ ਵਚਨ, ਪਿਆਰ ਨਾਲ ਉੱਤਮ ਸ਼ਲੋਕ। ਹੀਰੇ ਲਾਲ ਵਚਨ ਨਾਨ ਸੰਤਾਂ ਦੇ, ਸੁਣ ਲੋ ਵੱਡੇ ਕਰਮਾਂ ਵਾਲਿਓ। ਹੀਰੇ ਲਾਲ ਵਚਨ ਨਾਨ ਸੰਤਾਂ, ਸੁਣ ਲੋ ਵੱਡੇ ਕਰਮਾਂ ਵਾਲਿਓ। ਹੀਰੇ ਲਾਲ ਵਚਨ ਨਾਨ ਸੰਤਾਂ ਦੇ, ਸੁਣ ਲੋ ਵੱਡੇ ਕਰਮਾਂ ਵਾਲਿਓ। ਹੀਰੇ ਲਾਲ ਵਚਨ ਨਾਨ ਸੰਤਾਂ ਦੇ, ਸੁਣ ਲੋ ਵੱਡੇ ਕਰਮਾਂ ਵਾਲਿਓ। ਸੁਣ ਲੋ ਵੱਡੇ ਜੀ ਕਰਮਾਂ ਵਾਲਿਓ, ਸੁਣ ਲੋ ਵੱਡੇ ਜੀ ਕਰਮਾਂ ਵਾਲਿਓ। ਹੀਰੇ ਲਾਲ ਵਚਨ ਨਾਨ ਸੰਤਾਂ ਦੇ ਵਚਨ, ਨਾਨ ਸੰਤਾਂ ਦੇ ਵਚਨ, ਪਿਆਰੇ ਸੰਤਾਂ ਦੇ, ਸੁਣ ਲੋ ਵੱਡੇ ਕਰਮਾਂ ਵਾਲਿਓ। ਹੀਰੇ ਲਾਲ ਵਚਨ ਨਾਨ ਸੰਤਾਂ ਦੇ, ਸੁਣ ਲੋ ਵੱਡੇ ਕਰਮਾਂ ਵਾਲਿਓ। ਉੱਤਮ ਸ਼ਲੋਕ ਸਾਧ ਕੇ ਵਚਨ, ਅਮਲੀਕ ਲਾਲ ਇਹ ਰਤਨ। ਸੁਨਤ ਕਮਾਵਤ, ਇਹ ਫਿਰ ਫਲ ਮਿਲਦਾ ਹੈ ਜੇ ਕੋਈ ਸੁਣ ਵੀ ਲਵੇ ਔਰ ਕਮਾ ਲਵੇ। ਸੁਨਤ ਕਮਾਵਤ ਹੋਤ ਉਧਾਰ, ਉਧਾਰ ਭਲਾ ਪਹਿਲਾਂ ਟੇਕ ਹੀ ਪੜੀ ਸੀ, ਉਧਾਰ ਭਲਾ ਹੋ ਜਾਂਦਾ ਹੈ। ਉਧਾਰ ਉਹਦੀ ਮੋਕਸ਼ ਹੋ ਜਾਂਦੀ ਹੈ। ਉਧਾਰ ਉਹ 1,84 ਦੇ ਗੇੜੇ ਚੋਂ ਬਚ ਜਾਂਦਾ ਹੈ। ਉਧਾਰ ਗਰਭ ਚੱਕਰ ਚੋਂ ਬਚ ਜਾਂਦਾ ਹੈ। ਉਧਾਰ ਉਸਨੂੰ ਗੁਰੂ ਦਰਬਾਰ ਵਿੱਚ, ਪਰਮੇਸ਼ਰ ਦੀ ਦਰਗਾਹ ਵਿੱਚ ਥਾਂ ਮਿਲ ਜਾਂਦਾ ਹੈ। ਤੋ ਉਧਾਰ ਦੇ ਅਰਥ ਵਿਚਾਰ ਉਹਦਾ ਭਲਾ ਹੋ ਗਿਆ। ਆਵਾਗਮਨ ਤੋਂ, ਰਿਣ ਦੇਣ ਤੋਂ, ਕਈ ਦਫਾ ਪਿਤਾ ਕਈ ਜਨਮਾਂ ਦੀਆਂ ਸੁਣ ਲੀਆਂ ਪਹਿਲਾਂ,
जुड़ जुड़ बिछड़े बिछड़ जुड़े, केत्यां के बाप केत्यां के बेटे, केते गुर चेले। फिर कई दफ़ा अभिमन्यु वाले हाल अर्जन ने पकड़िया सी। ओ बच्चा, मैं तेरे खातर तेरी मौत होने तो बाद मैनू बड़ा विजोग लगे। ऋण देना मतलब मैं बोलना जन्मां विच इन्हां तो बचना। मैं तेरी खातर मेरे भुजां विच बल नहीं रहा, तीर कमान सुट के मैं भगवान नूं भी युद्ध विच लड़न तो जवाब दे दिता है। मैं मिल रहा, तू खड़दा क्यों नहीं? ऐ जोर दे नाल अभिमन्यु ने भगवान कृष्ण चंद्र नूं धक्का देना कीता। आपदे हथ अंग पैर छुड़ा के कहा, मैं हुण तो पुत्र बना रहा, मैं सैकड़े दफा तेरा पिता बनया, सैकड़े दफा पुत्र बनया। ये ऋण करजे ने, करजे जिहड़े देने ने, ऋण देना है। कोई पिता बन के दे रहा है, कोई पुत्र बन के, कोई माँ बन के, कोई धी बन के। ਲੈਣੇ ਦੇਣੇ ਜਿਹੜੇ ਨੇ ਆਵਾਗਮਨ ਆਉਣਾ ਜਾਣਾ, ਇਹਨੂੰ ਹੀ ਭਵ ਜਲ ਕਿਹਾ ਹੈ। ਭਵ ਜਲ ਤੇ ਕਾਢੋ ਪ੍ਰਭੂ। ਪਹਿਲੀ ਟੇਕ ਹੀ ਇਹੀ ਪੜੀ ਸੀ, ਖਾਤ ਪੀਤ ਖੇਲਤ ਹਸਤ ਭਾਨੇ ਜਨਮ ਅਨੇਕ ਭ੍ਰਮੇ ਚੱਕਰ ਕੱਟੇ। ਆਉਣਾ ਜਾਣਾ ਜਿਸ ਨੂੰ ਕਿਹਾ ਭ੍ਰਮਣਾ, ਚੱਕਰ ਕੱਟ ਕੇ ਆ ਜਾਣਾ, ਜਨਮ ਔਰ ਮਰਨ ਵੀ ਕਹਿ ਦਿਓ। ਭ੍ਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ। ਉਹ ਕੀ ਹੈ? ਭਵ ਕੀ ਹੈ? ਸੰਸਾਰ। ਜਲ ਆ ਸਾਗਰ, ਇਹ ਕਿਹਾ ਜੇ 184 ਜੋਨੇ ਦੇ ਵਿੱਚ ਗੋਤੇ ਖਾਂਦਾ ਫਿਰਦਾ, ਇਹਨੂੰ ਭਵ ਜਲ ਕਿਹਾ। 184 ਵਿੱਚ ਰਿਣ ਦੇਣਾ, ਜਨਮ ਜਨਮ ਕੇ ਮੌਤਾਂ ਮਰਨ ਜਾਣਾ, ਜਨਮ ਲੈ ਲੈਣਾ। इधर मौत हो रही है कि जन्म ले रहा है, मौत जन्म। ऐसे चक्करां तो आवागमन के भ्रमे जन्म अनेक। अभिमन्यु ने तोड़ के सिर दिता भाव। ये आवागमन तो छुटकारा हो जाता है, उधार हो जाता है। सुनत कमावत होत उधार। आप तरह मला आप भी तरिया जाता है, जेड़े ओदे बेड़े विच बैठे होण। लोग कहें निस्तार, वो भी आप तरह। इक्की कुली जगत धरावे, आप भी तर जाता है। अपनिया इक्की कुलां दा उधार भी कर दिंदा है। और उसके नेड़े ते वैरी जहाज रूप जो कोई चढ़ जान, जिस तरह महाराज का शब्द है, वाहिगुरु नाम जहाज है, चढ़े सो उतरे पार। जो शरदा कर सेम दे, गुरु पार उतार नहार। पर अगले किनारे थी वो चलिया जाता। तो ये जा सुनत कहावत, अगर कोई ये बचना नु सुन भी लेंदा है, सुन के भी उदा फल है। सरवण भगती 9 भगतियां चो अगर श्रोता बन के ही सुनी जाता है, पहली भगती ही सह 4 पौड़ियां जपजी साहिब अंदर सुने। सिद्ध पीर सरनाथ ऐ सिद्ध लोको, गुरु साहब ने फरमाया समेर पर्वत ते, जे सिद्ध बने हो तुसी कदी आपदे गुरु तो नाम सुनिया सी तां सिद्ध बन गए। इस्लाम मत विच पीर बन गए और सनातन धर्म विच स्वर्ग लोक वे देवते बन गए। 9 नाथ 84 सिद्ध, मशंदर नाथ, गोरखनाथ, इन्हां ने जे आपदे गुरु तो है सिद्धो नाथो तुसी नाम सुनिया सी, एडियां शक्तियां नूं प्राप्त हो गए हो। सुनन दा ही 4 पौड़ियां फिर सुनिया। दुख पाप का नाश। दुख और वस्तु है ते पाप होर ने, अपराध होर ने। पर तन पर की निंदा, पर त्रय ऐसे ब्राह्मण नूं मारना, गऊ नूं मारना, पराया धन चुकना, ये अपराधां विच आ जांदा है। काली गऊ है जिसनूं कपल गऊ आदि कहंदे हन। अनचारी का धन अपराधी पुरुषां वास्ते रहे धन। ये अपराध कीते हुए भी और पाप कीते हुए दा फिर दुख। शांत सदा मेहरबाना, सतगुर शांत सदा मेहरबाना। सतगुर शांत सदा मेहरबाना, सतगुर शांत सदा मेहरबाना। सतबख्शन सदा मेहरबान। हजूर ने जदों देखा क्यों ढोल बजाउंदा आउंदा, कहंदे महाराज भाई लद्दा जी आउंदे और राय सत्ते बलवंडे नूं बख्शाउण वास्ते काला मूँह कीता, छितरां दी माला गल च पाई है, गधे ते चढ़िया आउंदा, ढोल भी बजाउंदा आउंदा है। हम अपराधी सद भूलते तुम बख्शण हारे। हजूर नूं है बाणी सुना रहे, हम अपराधी
ਇਹਨਾਂ ਨੂੰ ਬਖਸ਼ ਲਓ ਮਹਾਰਾਜ, ਬਖਸ਼ ਲਓ। ਹਜ਼ੂਰ ਆਪ ਤਖਤ ਤੋਂ ਉੱਠ ਖੜੇ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਭਾਈ ਲੱਦਾ ਤੂੰ ਤਾਂ ਬੇਸ਼ੱਕ ਨਾ ਕਾਲਾ ਮੂੰਹ ਕਰਦਾ, ਨਾ ਗਲ ਵਿੱਚ ਛਿੱਤਰਾਂ ਦੀ ਮਾਲਾ ਪਾਉਂਦਾ, ਜੇ ਐਵੇਂ ਹੀ ਲੈ ਆਉਂਦਾ ਤੇਰੇ ਨਾਲ ਲਿਆਉਣ ਵਾਲੇ ਬਖਸ਼ੇ ਜਾਂਦੇ। ਆ ਗਏ, ਪਰ ਇਹਨਾਂ ਨੂੰ ਹੁਣ ਇੱਕ ਗੱਲ ਹੁਕਮਨਾਮਾ ਹੈ ਗੁਰੂ ਨਾਨਕ ਦੇ ਕਰਦਾ, ਜਿਹੜੀ ਰਸਨਾ ਮੁਖ ਤੋਂ ਇਹਨਾਂ ਨੇ ਨਿੰਦਿਆ ਕੀਤੀ ਹੈ, ਇਹ ਹੁਣ ਜਿਉਂ-ਜਿਉਂ ਉਸਤਤ ਕਰਨਗੇ ਗੁਰੂ ਨਾਨਕ ਦੇ ਘਰ ਦੀ, ਤਿਉਂ-ਤਿਉਂ ਇਹਨਾਂ ਦਾ ਕੋੜ ਚੁੱਕਿਆ ਜਾਊਗਾ। 22 ਵਾਰਾਂ ਹਨ, 22 ਯੋਧੇ ਸੂਰਮਿਆਂ ਦੇ ਉਥਾਨਕਾਂ ਤੇ, ਜਿਹਨੂੰ ਤਰਜ਼ ਕਹਿੰਦੇ ਆ ਅਸੀਂ ਵੈਸੇ। 22 ਵਾਰਾਂ ਜਿਹੜੇ ਗੁਰਸਿੱਖ ਸੱਜਣ ਪਾਠੀ ਨੇ, ਅਖੰਡ ਪਾਠੀ ਨੇ, ਔਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ, ਜਿਹਨੇ 22 ਵਾਰਾਂ ਦੇ ਅਰਥ ਨਹੀਂ ਸੁਣੇ ਵੀ ਇਹ ਕਿਹੜੀ ਵਾਰ ਕਿਹੜੇ ਸੂਰਮੇ ਤੇ, ਇਹ ਵੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਜਿਨ੍ਹਾਂ ਦੀਆਂ ਉਥਾਨਕਾਂ ਨੇ। ਪਹਿਲੇ ਆਸਾ ਦੀ ਵਾਰ ਹੀ ਲਾਓ ਤੁਸੀਂ, ਟੁੰਡੇ ਆਸ ਰਾਜੈ ਕੀ ਧੁਨੀ ਤੀ। ਇਹ ਰਾਏ ਸੱਤੇ ਬਲਵੰਡੇ ਦੀ ਵਾਰ ਹੈ। ਮਿੱਠਾ ਜਿਹਾ ਜਿਹਾ ਕੀਰਤਨ ਕਰਦੇ ਸੀ ਉਹਨਾਂ ਨੇ। ਉਹ ਵਾਰ ਜੋ 22 ਵਾਰਾਂ 'ਚੋਂ ਸਾਰਿਆਂ ਤੋਂ ਮਹਿੰਗੀ ਬਾਣੀ ਅਸੀਂ ਕਹਿੰਦੇ ਹਾਂ ਜਿਹੜੇ ਪਾਠੀ ਲੋਕ ਨੇ। ਕਿ ਸਵਾਲ ਕਈ ਦਫਾ ਕੀਤੇ ਜਾਂਦੇ ਨੇ, ਬਈ 22 ਵਾਰਾਂ 'ਚੋਂ ਮੁਸ਼ਕਿਲ ਬਾਣੀ ਕਿਹੜੀ ਹੈ? ਤੋ ਰਾਏ ਸੱਤੇ ਬਲਵੰਡੇ ਦੀ ਹੈ, ਰਾਮਕਲੀ ਦੀ ਵਾਰ ਵਿੱਚ ਆਉਂਦੀ ਹੈ। 22 ਵਾਰਾਂ ਹਨ, 22 ਵਾਰਾਂ 'ਚੋਂ ਹੁਣ ਰਾਏ ਸੱਤਾ ਬਲਵੰਡਾ ਇਹ ਉਸਤਤ ਕਰਦੇ ਕਰਦੇ, ਮੈਂ ਕਿਉਂਕਿ ਸੰਖੇਪ ਇੱਥੇ ਹੀ ਆ ਜਾਵਾਂ। ਹੋਵੇ ਸਿਫਤ ਖਸਮ ਦੀ ਨੂਰ ਆਰਸੋਂ ਕੁਰਸੋਂ ਝੱਟੀ ਹੈ, ਤੁਧ ਡਿੱਠੇ ਸੱਚੇ ਪਾਤਸ਼ਾਹ। ਮਲ ਜਨਮਾਂ ਜੀ ਜਨਮਾਂ ਦੀ ਕੱਟੀ ਜਾਂਦੀ ਹੈ, ਮੈਂ ਜਨਮਾਂ ਜਨਮਾਂ ਦੀ ਕੱਟੀ ਜਾਂਦੀ ਹੈ। ਮਲ ਜਨਮਾਂ ਜੀ ਜਨਮਾਂ ਦੀ ਕੱਟੀ ਜਾਂਦੀ ਹੈ, ਤੇਰੇ ਡਿੱਠੇ ਸੱਚੇ ਪਾਤਸ਼ਾਹ। ਮੈਂ ਜਨਮਾਂ ਜਨਮਾਂ ਦੀ ਕੱਟੀ ਜਾਂਦੀ ਹੈ, ਤੇਰੇ ਡਿੱਠੇ ਸੱਚੇ ਪਾਤਸ਼ਾਹ। ਮਹਿਲ ਜਨਮਾਂ ਜੀ ਜਨਮਾਂ ਦੀ ਕੱਟੀ ਜਾਂਦੀ ਹੈ, ਮੈਂ ਜਨਮਾਂ ਜਨਮਾਂ ਦੀ ਕੱਟੀ ਜਾਂਦੀ ਹੈ। ਹੋਵੇ ਸਿਫਤ ਗਸਾਮ ਦੀ ਨੂਰ ਅਰਸੋ ਕੁਰਸੋਂ, ਤੁਧ ਡਿੱਠੇ ਸੱਚੇ ਪਾਤ। ਜੈ ਸ਼ਿਵ ਪਾਤਸ਼ਾਹ। ਫਿਰ ਵੀ ਕੀਰਤਨੀਏ ਜਿਹੜੇ ਗੁਣਵਾਨ ਹੁੰਦੇ ਨੇ ਉਹਨਾਂ ਦੀ ਰਸਨਾ ਤੇ ਪ੍ਰਭੂ ਪਰਮੇਸ਼ਰ ਵੀ ਵਸਦਾ ਹੈ, ਵਿਦਿਆ ਦਾਤੀਆਂ ਦਾ ਵਾਸਾ ਹੈ। ਫਿਰ ਵੀ ਉਹ ਜੋ ਬੋਲਦੇ ਨੇ ਉਹਨਾਂ ਤੋਂ ਪਤਾ ਨਹੀਂ ਕੀ ਵਸਤੂ ਹੈ। ਬਾਣੀ ਉਚਰੈ ਸਾਧ ਜਨ। ਫਿਰ ਜਿਹੜੇ ਕੀਰਤਨੀਏ ਨੇ ਉਹਨਾਂ ਦੀ ਰਸਨਾ ਤੇ ਵੀ ਪਰਮੇਸ਼ਰ ਵਸਦਾ ਹੈ, ਉਹਦਾ ਜਸ ਕਰਨ ਵਾਲੇ। ਵਿਸਾਖੀ ਕਿਹਾ ਸੱਚੇ ਪਾਤਸ਼ਾਹ ਤੁਹਾਡੇ ਦਰਬਾਰ ਵਿੱਚ ਜਨਮਾਂ ਜਨਮਾਂ ਦੀਆਂ ਕੀਤੇ ਪਾਪਾਂ, ਮਲ ਨਾਮ ਪਾਪਾਂ ਦਾ, ਕਰੋੜਾਂ ਅਪਰਾਧੀ ਕਰੋੜਾਂ ਪਾਪ ਕਰਕੇ ਜਾਂ ਕਰੋੜਾਂ ਜਨਮਾਂ ਦੇ ਪਾਪੀ ਬਖਸ਼ੇ ਜਾਂਦੇ ਨੇ, ਕਿ ਸਾਨੂੰ ਗਰੀਬਾਂ ਨੂੰ ਨਹੀਂ ਤੁਸੀਂ ਬਖਸ਼ ਸਕਦੇ। ਹਜ਼ੂਰ ਨੇ ਤੁਧ ਡਿੱਠੇ ਸੱਚੇ ਪਾਤਸ਼ਾਹ, ਹਜ਼ੂਰ ਨੇ ਨਦਰ ਕੀਤੀ ਇਹ ਬਾਰ ਪੂਰੀ ਕਰ ਦਿਓ।
ਜਦ ਪੂਰੀ ਨਾਦਰ ਕੀਤੀ, ਉਹਨਾਂ ਦਾ ਸਾਰਾ ਕੋੜ ਚੁੱਕ ਦਿੱਤਾ। ਗੋਇਆ ਨੰਦ ਲਾਲ ਦੀ ਫੇਰ ਸਿਫਤ ਸੁਣਿਓ। ਆ ਦਰਬਾਰ ਵਿੱਚ ਪੇਸ਼ ਹੋਇਆ ਅੱਜ ਪਾਤਸ਼ਾਹ ਲੱਖ ਲੱਖ ਇੱਕ ਮੈਨੂੰ ਗਜ਼ਲ ਤੇ ਇੱਕ ਲੱਖ ਰੁਪਇਆ ਵੀ ਮੋਹਰਾਂ ਵੀ ਐ ਸੁੱਟ ਦਿੰਦੇ ਹੋ, ਕਿਤੇ ਮੇਤੇ ਕੋਈ ਦੋਸ਼ ਹੋ ਜਾਵੇ, ਕਿਤੇ ਇਹ ਜੀਵ ਹੈ ਭੁੱਲਣ ਹਾਰਾ ਮੈਂ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਸਭ ਭੁੱਲ ਜਾਂਦੇ ਨੇ, ਇੱਕ ਕਰਤਾਰ ਕਦੇ ਨਹੀਂ ਭੁੱਲਦਾ। ਹੋਰ ਸਭ ਭੁੱਲ ਜਾਂਦੇ, ਇੱਕ ਕਰਤਾਰ ਕਦੇ ਨਹੀਂ ਭੁੱਲਦਾ। ਹੋਰ ਸਭ ਭੁੱਲ ਜਾਂਦੇ। ਸਭ ਭੁੱਲ ਜਾਂਦੇ ਨੇ, ਇੱਕ ਕਰਤਾਰ ਕਦੇ ਨਹੀਂ ਭੁੱਲਦਾ। ਹੋਰ ਸਭ ਭੁੱਲ ਜਾਂਦੇ ਨੇ, ਇੱਕ ਕਰਤਾਰ ਕਦੇ ਨਹੀਂ ਭੁੱਲਦਾ। ਸਭ ਭੁੱਲ ਜਾਂਦੇ ਨੇ, ਸਭ ਭੁੱਲ ਜਾਂਦੇ ਨੇ। ਹੋਰ ਸਭ ਭੁੱਲ ਜਾਂਦੇ, ਭਾਈ ਸਭ ਭੁੱਲ ਜਾਂਦੇ ਨੇ। ਸਭ ਭੁੱਲ ਜਾਂਦੇ ਨੇ, ਇੱਕ ਕਰਤਾਰ ਕਦੇ ਨਹੀਂ ਭੁੱਲਦਾ। ਹੋਰ ਸਭ ਭੁੱਲ ਜਾਂਦੇ ਨੇ, ਇੱਕ ਕਰਤਾਰ ਕਦੇ ਨਹੀਂ ਭੁੱਲਦਾ। ਭੁੱਲਣ ਅੰਦਰ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੇ। ਇਹ ਦੂਜਾ ਪ੍ਰਮਾਣ ਦਿੱਤਾ ਮੈਂ ਪਹਿਲੇ ਸੀ ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਤੋ ਹੇ ਪਾਤਸ਼ਾਹ, ਮੈਨੂੰ ਇੰਨਾ ਨਾ ਮਾਣ ਬਖਸ਼ ਦਿਓ। ਅੱਜ ਗੋਇਆ ਨੰਦ ਲਾਲ ਦੀ ਇੱਕ ਬੇਨਤੀ ਗੁਰੂ ਦਸ਼ਮੇਸ਼ ਜੀ ਦੇ, ਇਹ ਦਰਬਾਰ ਕੈਸਾ ਤੇਰਾ ਦਰ ਐਸਾ ਐਸਾ ਹੈ। ਪਰ ਮੇਰੀ ਬੇਨਤੀ ਕੀ ਹੈ, ਮੈਂ ਇੱਕ ਤੋਂ ਕਰੋੜਾਂ ਔਰ ਜਿੱਥੇ ਕਹਿ ਦਈਏ ਸੰਖ ਅਨੀਲ ਤੱਕ ਗਿਣਤੀ ਕਰ ਦਿੱਤੀ। ਚਲੋ ਮੈਂ ਇੱਧਰ ਵੀ ਬੋਲੂੰ, ਕੁਝ ਵਿਚਾਰ ਹੈ ਜੀ। ਇੰਨੇ ਬਖਸ਼ੇ ਜਾਂਦੇ ਨੇ, ਕਦੋਂ ਬਖਸ਼ੋਗੇ? ਬਹੁਤੇ ਫੇਰ ਪਏ ਕਿਰਪਨ ਕੋ ਅਬ ਕੁਛ ਕਿਰਪਾ ਕੀ ਜਾਏ। ਇੱਥੇ ਹੀ ਨਹੀਂ, ਇੱਕ ਕਿਰਪਨ ਵੈਸੇ ਕੰਜੂਸ ਨੂੰ ਵੈਸੇ ਤੋਂ ਕਿਹਾ ਜਾਂਦਾ, ਕਿਰਪਨ ਇੱਥੇ ਕੀਟ ਉਹ ਰੱਬ ਦਾ ਬਖਸ਼ਿਆ ਜੀਵ। ਔਰ ਕਿੱਥੇ ਨੇ ਬਹੁਤ ਜੁਗ ਭ੍ਰਮਤ ਤੈਂ ਹਾਰਿਓ। ਮੈਂ ਹੁਣ ਜੁਗਾਂ ਤੇ ਲੈ ਗਿਆ, ਕਰੋੜਾਂ ਜਨਮਾਂ ਦੀ ਅਨੀਲ ਤੱਕ ਕਦੋਂ ਬਖਸ਼ੋਗੇ? ਅੱਜ ਬਖਸ਼ਿਸ਼ ਦੇ ਦਰਵਾਜ਼ੇ ਤੇ ਹਜ਼ੂਰ ਦੇ ਬੈਠੇ ਹੋਏ ਨੇ ਗੋਇਆ ਨੰਦ ਲਾਲ। ਇਹ ਜਿਵੇਂ ਧੂਣਾ ਲਾਇਆ, ਮੈਨੂੰ ਬਖਸ਼ਣ ਵਾਲੀ ਇੱਕ ਕਿਰਪਾ ਕਰੋ। ਹਜ਼ੂਰ ਨੇ ਇੱਕ ਐਸਾ ਕੌਤਕ ਰਚਾਇਆ। ਮੈਂ ਹੁਣ ਸੁਖਮਨੀ ਸਾਹਿਬ ਦਾ ਇੱਕ ਪ੍ਰਮਾਣ, ਕਰੋੜਾਂ ਤੱਕ ਦੀ ਗੱਲ, ਜੁਗਾਂ ਤੱਕ ਦੀ ਗੱਲ, ਪਰਲੋਆਂ ਤੱਕ ਦੀ ਗੱਲ ਮੇਰੇ ਸਾਹਮਣੇ ਆਈ। ਮੈਂ ਉਸ ਦਾ ਵੀ ਅਗਲੀ ਪੰਕਤੀ 'ਚ ਹੋਵੇ ਮੈਂ, ਪਰ ਯਾਦ ਰੱਖਣਾ ਜਰਾ, ਕਦੋਂ ਕੁ ਬਖਸ਼ੇ ਜਾਵਾਂਗੇ। ਮੈਂ ਇੱਥੇ ਤੁਹਾਡੇ ਦਰਬਾਰ ਵਿੱਚ ਹਜ਼ੂਰ ਨੇ ਕਿਹਾ ਇੱਕ ਗੱਲ ਧਿਆਨ ਨਾਲ, ਕਿ ਇਹ ਗੁਰੂ ਨਾਨਕ ਦਾ ਦਰਬਾਰ ਹੈ। ਗੋਇਆ ਨੰਦ ਲਾਲ ਗੋਇਆਂ ਦਾ ਦਰਜਾ ਮਿਲਿਆ ਸੀ ਨੰਦ ਲਾਲ ਆਲਮ ਫਾਜ਼ਲ ਨੂੰ। ਕਵੀ ਵੀ ਫੇ ਇਤਨਾ ਵਿਦਵਾਨ ਹੋਵੇ, ਆਪ ਸੁਣਿਆ
1414 ਕਾਜੀ ਜੋ ਔਰੰਗਜ਼ੇਬ ਦੇ ਦਰਬਾਰ ਵਿੱਚ ਸ਼ਾਹੀ ਕਾਜੀ, ਇਹ ਵੀ ਨਹੀਂ ਵੀ ਆਮ ਪਿੰਡਾਂ 'ਚ ਰੁਲਦੇ ਪੜ੍ਹੇ ਫਾਰਸੀ ਵੇਚੇ ਤੇਲ। ਦੇਖੋ ਕਿਸਮਤ ਦੇ ਖੇਲ। 1414 ਕਾਜੀ ਦੀ ਹਕੀਕਤ ਆਪਨੇ ਕਈ ਦਫਾ ਸੁਣੀ, ਜਿਨ੍ਹਾਂ ਤੋਂ ਅਰਥ ਨਹੀਂ ਸੀ ਹੋਏ, ਗੋਇਆ ਨੰਦ ਲਾਲ ਜੈਸੇ, ਔਰ ਇੱਕ ਸਵਾਲ ਦਾ ਹੱਲ ਨਹੀਂ ਸੀ ਹੋਇਆ ਇਹਨਾਂ ਤੋਂ, ਉਹ ਕੀ ਸੀ ਇਹ ਵੀ ਮੈਂ ਚਲਿਆ ਗਿਆ ਸੀ ਨੀਲ ਅਨੀਲਾਂ ਤੱਕ, ਪਰਲੋਆਂ ਤੱਕ ਦੀ ਕਥਾ ਆਈ ਸੀ। ਫਿਰ ਟਾਈਮ ਦੇਖ ਰਿਹਾ, ਲੋੜ ਹੁੰਦੀ ਹੈ ਸਮੇਂ ਦੀ, ਜੋ ਸਮੇਂ ਦੀ ਸੰਭਾਲਣਾ ਕਰਨੀ ਹੈ ਉਸ ਦੇ ਨਾਲ ਵੀ ਮੈਂ ਹੁਣ ਉਧਰੋਂ ਤਾਂ ਸੰਕੋਚ ਰਿਹਾ ਪਰਲੋਆਂ ਵੱਲੋਂ, ਪਰ ਉੱਥੇ ਇੱਕ ਸੰਖੇਪ ਜ਼ਰੂਰ ਮੈਂ ਪ੍ਰਮਾਣ ਦੇਵਾਂਗਾ ਕਿ ਅਸੀਂ ਵੀ ਕਦੋਂ ਬਖਸ਼ੇ ਜਾਵਾਂਗੇ, ਕੋਈ ਸਮਾਂ ਆਊਗਾ। ਅਸੀਂ ਅਗਰ ਗੁਰਮੰਤਰ ਲੈਂਦੇ ਹਾਂ, ਗੁਰੂ ਵਾਲੇ ਬਣਦੇ ਹਾਂ, ਤਾਂ ਉਹ ਸਾਨੂੰ ਸ਼ਬਦ ਕਿਸੇ ਵੇਲੇ ਪਾਰ ਲੰਘਾਵੇਗਾ, ਬਿਲਕੁਲ ਲੰਘਾਵੇਗਾ, ਜਿਹੜਾ ਉੱਤੇ ਸਵਾਰ ਰਹੇਗਾ। ਏਕ ਅਖਰ ਹਰ ਮਨ ਵਸਤ, ਇੱਕੋ ਹੀ ਅਖਰ, ਜਿਹੜਾ ਅੱਖਰ ਵੀ ਪੜ੍ਹਦੇ ਆ ਅਦਕ ਦੇ, ਅਖਰ ਜੀ ਤੇ ਅਦਕ ਨਹੀਂ, ਅਖਰ ਜਿਹੜਾ ਖਰੇ ਨਾ, ਇੱਕ ਓੰਗ ਬੜਾ ਓੰਗ, ਏਕ ਅਖਰ ਹਰ ਮਨ ਵਸਤ, ਜੇ ਮਨ ਤੇ ਵਸ ਜੇ ਨਾਨਕ ਹੋਤ ਨਿਹਾਲ। ਉਹ ਨਿਹਾਲ ਨਾਮ ਉਦਾਰ ਤੇ ਆਜੂਏ ਦਾ ਅਰਥ, ਉਹਦਾ ਭਲਾ ਹੀ ਭਲਾ, ਮੋਕਸ਼ ਹੈ, ਆਜ਼ਾਦ, ਖਲਾਸ, ਜਨਮ ਮਰਨ ਤੋਂ ਬਰੀ ਹੈ। ਉਹ ਇੱਕ ਅੱਖਰ ਵੀ ਮੈਂ ਉਹ ਬਹੁਤ ਜੁਗਾਂ ਤੱਕ ਦੀ ਗੱਲ, ਜੁਗਾਂ ਤੋਂ ਅੱਗੇ ਪਰਲੋਆਂ ਤੱਕ ਦੀ ਚਲੀ ਜਾਂਦੀ ਹੈ, ਅਸੀਂ ਕਦੋਂ ਬਖਸ਼ੇ ਜਾਵਾਂਗੇ। ਪਰ ਮੈਂ ਸੰਖੇਪ ਵਾਲੀ ਪਹਿਲੇ ਗੋਇਆ ਨੰਦ ਲਾਲ ਨੇ ਕਿਹਾ ਵੀ ਆਪ ਕਿਰਪਾ ਕਰੋ, ਤੁਹਾਡੇ ਦਰਬਾਰ ਵਿੱਚ ਕਿਤਨੇ ਕੁ ਅਪਰਾਧੀ ਬਖਸ਼ੇ ਜਾਂਦੇ ਨੇ। ਹਜ਼ੂਰ ਨੇ ਨਵੇੜੇ ਵਾਲੀ ਇੱਕ ਗੱਲ ਆਖੀ, ਐ ਨੰਦ ਲਾਲ, ਇਸ ਦਰਬਾਰ ਗੁਰੂ ਨਾਨਕ ਦੇ ਵਿੱਚ ਜੋ ਕੋਈ ਇੱਕ ਨਹੀਂ 100 ਨਹੀਂ ਤੋਬਾ ਕਹਿ ਦੇਵੇ, ਜਿਹਨੂੰ ਕਹਿੰਦੇ ਲਕੀਰ ਖਿੱਚਤੀ, ਬਸ ਹੇ ਵਾਹਿਗੁਰੂ ਤੂੰ ਬਖਸ਼, ਐ ਕਹਿ ਦੇਵੇ ਨਾ, ਹੱਥ ਖੜੇ ਕਰ ਦੇਵੇ, ਮੇਰੀ ਨਾਂਹ ਹੈ, ਭਾਵੇਂ ਉਹਨੇ ਕਰੋੜਾਂ ਅਪਰਾਧ ਕੀਤੇ ਨੇ, ਉਹਨੂੰ ਕੋਈ ਨਹੀਂ ਸੰਸਾਰ ਤੇ ਚੱਲਣ ਵਾਲਾ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਔਰ ਅਗਲੀ ਪੰਕਤੀ 'ਚ ਕੀ ਹੈ, ਅਰਥ ਵੀ ਸੁਣਿਓ, ਪੜ੍ਹੀ ਜਾਂਦੇ, ਵਾਹੇ ਗਹੇ ਕੀ, ਜੇ ਤੁਸੀਂ ਮੇਰੀ ਬਾਂਹ ਪਕੜ ਲਈ, ਗਹਿ ਪਕੜਨਾ, ਬਾਹੇ ਗਹੇ ਕੀ ਲਾਜ, ਸਾਡੀ ਐ ਸੇਵਕਾਂ ਦੀ ਤੁਸੀਂ ਬਾਂਹ ਪਕੜੀਏ, ਇਹਦੀ ਲਾਜ ਰੱਖ ਲਿਓ। ਗੋਬਿੰਦ ਦਾਸ ਤੁਹਾਰ, ਗੋਬਿੰਦ ਸ਼ਾਹ ਵੀ ਆਵੇਗਾ, ਗੋਬਿੰਦ ਰਾਏ ਵੀ ਆਵੇਗਾ, ਸ਼ਾਮ ਸੁੰਦਰ ਵੀ ਆਵੇ। ਆਪ ਦੇ ਨਾਮ ਦਸ਼ਮੇਸ਼ ਜੀ ਨੇ ਬਹੁਤ ਵਰਣਨ ਕੀਤੇ ਨੇ, ਗੋਬਿੰਦ ਰਾਏ, ਬਾਲਾ ਪ੍ਰੀਤਮ, ਔਰ ਕਹੋ ਕਦੀ ਕਹੋ ਕਲਗੀ ਵਾਲਾ, ਬਾਜਾਂ ਵਾਲੇ, ਪੰਥ ਰਾਚਕ, ਸਭ ਇਹ ਗੁਰੂ ਗੋਬਿੰਦ, ਇਹਨਾਂ ਨੂੰ ਕੀਰਤਮ ਨਾਮ ਕਿਹਾ ਜਾਂਦਾ ਹੈ। ਜਿਤਨੇ ਵੀ ਗੁਣ ਹਨ ਉਹਨਾਂ ਦੀਆਂ ਤਖੱਲਸ ਦਰਜੇ ਦਿੱਤੇ ਜਾਣੇ। ਗੋਬਿੰਦ ਦਾਸ ਤੁਹਾਰ ਕਿਸ ਨੂੰ ਆਖਿਆ? ਦਸ਼ਮੇਸ਼ ਪਿਤਾ ਜੀ ਨੇ। ਮੇਰੀ ਬਾਂਹ ਪਕੜ ਲਈ, ਇਹਦੀ ਲਾਜ ਰੱਖਿਓ, ਕਿਉਂ? ਮੈਂ ਸਾਰੇ ਦਰਵਾਜ਼ੇ ਦੁਆਰੇ ਟਿਕਾਣੇ ਸਭ ਦਰਾਂ ਨੂੰ ਛੱਡ ਕੇ, ਕਿ ਬਾਹਲੇ ਦਰਾਂ ਦੇ ਫਿਰਨੇ ਨਾਲੋਂ ਇੱਕ ਦਾ ਹੋ ਕੇ ਬਹਿ ਜਾ। ਇਹ ਹਕੀਕਤੀ ਫਕਰਾਂ ਦੀਆਂ ਵਸਤੂਆਂ ਨੇ। ਬਾਹਲੇ ਦਰਾਂ ਦੇ ਫਿਰਨੇ ਨਾਲੋਂ तो मैं सगल द्वार को छाड़ के गहियो मैं पकड़ लिया तुहारो द्वार। मैं देखो कितने राजे महाराजा दे दरबार छड़ के तुहाडे दरबार विच पहुंच गया। दरबार न मैं तेरो दरबार, बड़े दरबार देखे पर तेरे दरबार दी शोभा। अच्छा इउं कृपा करो कितने क बख्शे गोया नंद लाल, करोड़ां जन्मां दे ਕਰੋੜਾਂ ਹੀ ਇੱਕ ਇੱਕ ਜਨਮ ਵਿੱਚ ਪਾਪ ਕੀਤੇ ਹੋਣ, ਅਕਿਰਤਖੰਡ ਲੋਕਾਂ ਤੱਕ ਮੰਨ ਲਿਆ। ਇੱਥੇ ਆ ਕੇ ਤੋਬਾ ਕਹਿ ਕੇ ਹੱਥ ਖੜੇ ਕਰਕੇ ਅਰਦਾਸ ਸੰਗਤ ਵਿੱਚ ਆਪਣੇ ਪਾਪ ਦੱਸ ਦੇਵੇ, ਅਰਦਾਸ ਕਰਾ ਦੇਵੇ। ਲੱਖ ਖਤੇ ਖਿਨ ਬਖਸ਼ਣ ਹਾਰ, ਲੱਖਾਂ ਖਤੇ ਗਲਤੀਆਂ ਕੀਤੀਆਂ ਨੂੰ ਮੈਂ ਐ ਲਕੀਰ ਮਾਰ ਦਿੰਦਾ ਹਾਂ। ਪਰ ਮਹਾਰਾਜ ਇੱਕ ਮੇਰੀ ਹੋਰ ਸ਼ੰਕਾ ਬਣ ਗਈ, ਇੱਥੇ ਕੋਈ ਐਸਾ ਵੀ ਹੈ ਦੋਸ਼ੀ ਪਾਪੀ ਜਿਹੜਾ ਇੱਥੇ ਆ ਕੇ ਬਖਸ਼ਿਆ ਹੀ ਨਹੀਂ ਜਾਂਦਾ? ਹਾਂ ਨੰਦ ਲਾਲ, ਉਹ ਹੈ
ਬਾਹਰ ਲੱਖਾਂ ਕਰੋੜਾਂ ਜਨਮਾਂ ਦੇ ਪਾਪ ਕਰਦਾ ਇਸ ਦਰਬਾਰ ਵਿੱਚ ਆ ਕੇ ਬਖਸ਼ਾਉਂਦਾ ਹੈ, ਬਖਸ਼ਿਆ ਗਿਆ। ਜਿਹੜਾ ਇੱਥੇ ਆ ਕੇ ਵੀ ਨਹੀਂ ਹਟਦਾ ਹੈ, ਉਹਨੂੰ ਕੋਈ ਦਰਗਾਹ ਨਹੀਂ ਬਖਸ਼ਣ ਵਾਲੀ, ਉਹਨੂੰ ਕੋਈ ਦਰਬਾਰ ਹੈ। ਹਾਂ, ਕੋਈ ਸਮਾਂ ਫੇਰ ਆਵੇ ਜੋ ਟੁੱਟੇ, ਜੋ ਪਰਮੇਸ਼ਰ ਕਿਰਪਾ ਕਰੇ, ਪਰ ਨਹੀਂ, ਉਹਨੂੰ ਯੁੱਗ ਬੀਤ ਜਾਣਗੇ। ਮੈਂ ਹੁਣ ਭੌਜਲ ਦੀ ਕਥਾ ਇੱਥੇ ਸੁਣਾਉਂ। ਮਾਰਕੰਡਾ ਰਿਸ਼ੀ, ਇੱਥੇ ਧਿਆਨ ਰੱਖਣਾ, ਹੁਣ ਮੈਂ ਇੱਥੇ ਬਖਸ਼ਣ ਤੇ ਦਰਬਾਰ ਤੋਂ ਬਾਅਦ ਕਦੋਂ ਬਖਸ਼ੇ ਜਾਵਾਂਗੇ, ਉਹਨੂੰ ਬਖਸ਼ਾਂਗੇ ਇਹ ਦਰਵਾਜ਼ੇ ਤੇ, ਇਹ ਦਰ ਤੇ ਹੀ ਆ ਕੇ ਉਸਨੇ ਖਤਾ ਗਲਤੀ ਕੀਤੀ ਹੈ। ਮੈਨੂੰ ਇੰਨਿਆਂ ਯੁੱਗਾਂ ਬਾਅਦ, ਪਰਲੋਆਂ ਤੋਂ ਬਾਅਦ ਫਿਰ ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਬਹੁਤ ਯੁੱਗ ਚੱਕਰ ਲੰਘ ਜਾਣਗੇ, ਅਸੀਂ ਜਦੋਂ ਫਿਰ ਦੁਬਾਰੇ ਐਸੇ ਮਖਲੂਕ ਤੇ, ਐ ਪਾਨ ਰਚੀ ਹੋਈ ਪਾਵਨ ਧਰਤੀ ਤੇ ਇਹੀ ਯੁੱਗ ਲਿਆਵਾਂਗੇ। ਇਸੇ ਯੁੱਗ ਵਿੱਚ ਆ ਕੇ ਅਵਤਾਰ ਧਾਰਨ ਕਰਾਂਗੇ। ਉਹ ਵੀ ਸਾਡੇ ਨਾਲ ਹੀ ਆਉਣਗੇ, ਪਾਪੀ ਵੀ ਪੁੰਨੀ ਵੀ, ਧਰਮਾਤਮਾ ਲੋਕ ਵੀ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ। ਜਦ ਸ੍ਰਿਸ਼ਟੀ ਪ੍ਰਭੂ ਨੇ ਰਚੀ, ਜਿੱਥੇ ਸਿੱਧਾਂ ਦੀ, ਇਹ ਮੈਂ ਚੌਪਈ ਦਸਮ ਪਾਤਸ਼ਾਹ ਦਾ ਪ੍ਰਮਾਣ ਦਿੱਤਾ ਹੈ। ਗੁਰੂ ਨਾਨਕ ਸਾਹਿਬ ਬਾਰੇ ਸਿੱਧਾਂ ਸਵਾਲ ਕੀਤਾ ਸੀ, ਸ੍ਰਿਸ਼ਟੀ ਦੇ ਬਾਰੇ ਤੁਹਾਨੂੰ ਪਤਾ ਹੈ ਕਦੋਂ ਰਚੀ ਸੀ? ਧਿਆਨ ਨਾਲ ਸੁਣਿਓ। ਉਦੋਂ ਸਮਾਂ ਕਿਹੜਾ ਸੀ? ਕਵਨ ਸੋ ਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ। 15 ਥਿਤਾਂ ਚ ਸੁਦੀ ਵਧੀ, ਨੇਰ ਤੇ ਚਾਨਣ ਪੱਖ। ਵੇਲਾ ਕਿਹੜਾ ਸੀ? ਸੁਬਾਹ ਦੁਪਹਿਰਾ ਸ਼ਾਮ, ਟਾਈਮ ਦੀ ਗੱਲ। ਫਿਰ ਸਮੇਂ ਦੀ ਗੱਲ, ਮਿੰਟਾਂ ਸੈਕਿੰਟਾਂ ਤੱਕ। ਵਕਤ ਸੁਬਾਹ ਦੁਪਹਿਰਾ ਸ਼ਾਮ, ਅੱਧੀ ਰਾਤ, ਪਹਿਰ ਦੋ ਪਹਿਰ। ਕਵਨ ਥਿਤ ਕਵਨ ਵਾਰ, 7 ਵਾਰਾਂ ਵਿੱਚੋਂ ਐਤਵਾਰ ਸੋਮ ਮੰਗਲ ਕਿਹੜਾ ਸੀ? ਕਵਨ ਥਿਤ ਕਵਨ, ਕਵਨ ਸੇ ਰੁੱਤੀ ਮਾਹੋ ਕਵਨ। 6 ਰੁੱਤਾਂ ਵਿੱਚੋਂ ਰੁੱਤ ਕਿਹੜੀ ਸੀ? 12 ਮਹੀਨਿਆਂ ਵਿੱਚੋਂ ਮਹੀਨਾ ਕਿਹੜਾ ਸੀ? ਕਿਆ ਮਾਹੋ ਕਵਨ। ਜਿਤ ਹੋਆ ਆਕਾਰ, ਆ ਰਚਨਾ। ਆ ਦੇਖੋ, ਕੱਲ ਦੀ ਰਚਨਾ ਸ਼ੁਰੂ ਹੋਈ ਹੈ। ਕੱਲ ਇਹ ਵੀ ਨਹੀਂ ਸੀ ਪਤਾ ਵੀ ਸੰਤ ਆਉਣਗੇ ਕਿ ਨਹੀਂ ਪਤਾ, ਡਾਵਾਂ ਡੋਲ ਸੀ। ਕਿਉਂ ਉੱਥੇ ਵੀ ਜਿਹੜਾ ਆਨੰਦ ਸੀ ਵਰਤ ਦਾ ਛੱਡ ਕੇ ਆਏ ਆ, ਅੱਜ ਵੀ ਆਨੰਦ ਸੀ। ਆ ਆਕਾਰ ਜਿਸ ਨੂੰ ਸਾਹਮਣੇ ਦੇਖਿਆ, ਸਾਕਾਰ। ਫਿਰ ਆਕਾਰ ਇੱਕ ਐ ਲਕੀਰ ਖਿੱਚ ਦਿਓ, ਜਿਵੇਂ ਇੱਕ ਓੰਕਾਰ, ਆਕਾਰ, ਓਮਕਾਰ, ਕਾਰ, ਆਕਾਰ, ਸਾਕਾਰ, ਨਿਰਾਕਾਰ। ਫਿਰ ਪਰੇ ਤੋਂ ਪਰੇ ਹੈ ਇਹ ਸ੍ਰਿਸ਼ਟੀ। ਕਿਉਂ ਜਿਤ ਹੋਆ ਆਕਾਰ, ਹਜ਼ੂਰ ਨੇ ਕਿਹਾ ਵੇਲ ਨਾ ਪਾਈਆਂ ਪੰਡਤੀ, ਜੇ ਹੋਵੇ ਲੇਖ ਪਰਮ ਪੰਡਤੀ। ਪੰਡਤਾਂ ਨੇ ਵੀ ਇਹ ਵੇਲੇ ਦੀ ਗੱਲ ਨਹੀਂ ਲਿਖੀ, ਗਣਤ ਵਿਦਿਆ ਜੋਤਿਸ਼ ਦੇ ਮਾਹਰਾਂ ਨੇ। ਜੇ ਹੋਵੇ ਲੇਖ ਪੁਰਾਣ, ਇਹ ਪੁਰਾਣਾ ਵਿੱਚ ਵੀ ਲੇਖ ਨਹੀਂ ਲਿਖਿਆ ਗਿਆ ਉੱਥੇ ਦੀ ਗੱਲ, ਜੇ ਹੋਵੇ। ਪਰ ਇਹ ਗੱਲ ਜਾਂ ਸ੍ਰਿਸ਼ਟੀ ਦੀ ਰਚਨਾ ਬਾਰੇ, ਵਕਤ ਨਾ ਪਾਇਓ ਕਾਦੀਆਂ। ਕਾਜ਼ੀ ਲੋਕ ਨਵਾਜ਼ਾਂ ਪੜ੍ਹਦੇ ਨੇ, 5 ਵਕਤ ਨਵਾਜ਼ ਗੁਜ਼ਾਰੇ। ਇਧਰ ਵਕਤ ਲਿਖੇ ਜਾਂਦੇ ਨੇ ਇਸਲਾਮ ਮਤ ਵਿੱਚ। 5 ਨਵਾਜ਼ਾਂ, ਵਕਤ 5, 50, 5, 9 ਇਹ ਲਿਖ ਲਿਓ। 5, 5, 9 ਤੇ ਵੀ 14, ਤਬ 14 ਟਾਈਮਾਂ 'ਚ 5 ਵੀ ਟਾਈਮ ਨੇ, 7 ਵੀ ਟਾਈਮ ਨੇ ਨਵਾਜ਼ਾਂ ਦੇ, 6 ਵੀ, 7 ਵੀ, 5 ਵੀ, 9, 5, 14 ਤੱਕ ਵੀ ਚਲਿਆ ਗਿਆ। ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਨ, ਇਹ ਕੁਰਾਨ ਸ਼ਰੀਫਾਂ ਆਦਿਕਾਂ ਵਿੱਚ ਵੀ ਨਹੀਂ ਲਿਖਿਆ। ਪਰ ਇਹ ਗੱਲ ਉਸ ਪਿਆਰ ਵਿੱਚ ਬੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆਂ, ਜੇ ਲਿਖ ਰਹੇ ਥਿਤ ਵਾਰ ਨਾ ਜੋਗੀ ਜਾਣੇ। ਇੱਥੇ ਜੋਗੀ ਦਾ ਅਰਥ ਭਗਤੀਆਂ ਵਾਲਿਆਂ 'ਚ ਨਹੀਂ, ਜੋਤਸ਼ੀ ਨੂੰ ਕਿਹਾ। ਥਿੱਤਾਂ ਤੇ ਵਾਰਾਂ ਜੋਗੀਆਂ ਨੇ ਵੀ ਨਹੀਂ ਲਿਖੀਆਂ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੋ ਨਾ ਕੋਈ, ਮਹੀਨੇ ਤੇ ਰੁੱਤ। ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੇ ਸੋਈ। ਇਹ ਸਿੱਧੋ ਕਿਵ ਕਰ ਆਖਾਂ, ਕਿਵ ਸਾਲਾਹੀ, ਕਿਉਂ ਵਰਨੀ, ਵਰਣਨ ਕਿਵੇਂ ਕਰਾਂ, ਉਚਾਰਨ ਮੈਂ ਵਿਆਖਿਆ ਵਿਖਿਆਨ ਕਿਵੇਂ ਕਰਾਂ, ਕਿਵ ਜਾਣਾ। ਪਰ ਇਹ ਗੱਲ ਤਾਂ
ਇਸ ਬਹੁਤ ਉੱਚੀ ਵਸਤੂ ਤੇ ਮੈਂ ਸ੍ਰਿਸ਼ਟੀ ਦੀ ਰਚਨਾ ਬਾਰੇ ਚਲਿਆ ਗਿਆ। ਮੈਂ ਹੁਣ ਇਹਦੇ ਤੇ ਇੱਕ ਸਾਖੀ ਦਾ ਪ੍ਰਮਾਣ, ਟਾਈਮ ਭਾਵੇਂ ਨੇੜੇ ਲੱਗਦਾ ਜਾ ਰਿਹਾ ਹੈ, ਮਾਰਕੰਡੇ ਤੇ ਆਓ ਤੁਸੀਂ ਹੁਣ। ਔਰ ਪ੍ਰਮਾਣ ਹੈ ਸਰਗੁਣ ਨਿਰਗੁਣ ਨਿਰੰਕਾਰ ਆਕਾਰ ਸਾਕਾਰ ਸਾਹਮਣੇ ਵੀ ਸੀ। ਸਰਗੁਣ ਨਿਰਗੁਣ ਸੁਖਮਨੀ ਸਾਹਿਬ ਦੇ ਇਸ 20ਵੇਂ 21ਵੇਂ ਤੇ ਚਲੇ ਜਾਣੇ ਸ਼ਲੋਕ ਤੇ। ਹੁਣ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਸਰਗੁਣ ਆ ਸਾਹਮਣੇ, ਨਿਰਗੁਣ ਇੱਕ ਨਾ ਤੋਂ ਪਰੇ नहीं पता, निरंकार आकार से भी परे है वो। सुन साइलेंस समाधि लग जानी आप ही। पर अगली अर्थी की है, सुन समाधि आप आपन किया नानका। इथे क्या बाबा नानक साहब पंचवें स्वरूप कहते ने, आपन कौन है? ब्रह्म रब। सरगुण निर्गुण आप, सरगुण पियो ही, कला तार जिन सगली मोही। आपन किया नानका, जिथे जा करता श्री ठीक उस ਇਹਦੇ ਨਾਲ ਇਹਦਾ अर्थ मिला लेना। आपन किया नानका, अगली पंक्ति की है, आपे ही फिर जाप। रब ने नहीं जपिया किहदा नाम? जाप ਦਾ ਅਰਥ ਇੱਥੇ ਜਾਪਿਆ, ਪਾਇਆ। ਮੈਨੂੰ ਇਹ ਚੰਗਾ ਲੱਗਿਆ, ਇੱਥੇ ਅਰਥ ਐਸਾ ਕਰਨਾ ਹੈ ਗਿਆਨੀ ਲੋਕਾਂ ਦੇ ਵਿੱਚ। ਮੈਨੂੰ ਜਾਪਿਆ ਕੀ ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆ। ਖੁਦ ਮੈਨੂੰ ਫੁਰਨਾ ਫੁਰਿਆ, ਜਾਪਿਆ ਪਾਇਆ ਕਿ ਮੈਂ ਸ੍ਰਿਸ਼ਟੀ ਦੀ ਰਚਨਾ ਰਚਾਂ। ਆਪਾਂ ਕੋਈ ਵੀ ਕੰਮ ਆ ਛੋਟਿਆਂ ਤੋਂ ਵੱਡਿਆਂ ਤੱਕ ਬੈਠੇ ਨੇ कि मैं आ कंपनी शुरू करनी है, मैं ऐ बनना है, मैं ओ करा। ਉਹਨੂੰ ਪਹਿਲਾਂ ਫੁਰਨਾ ਫੁਰਦਾ ਹੈ, ਇੱਛਾ ਪੈਦਾ ਹੁੰਦੀ, ਤੈ ਤੇ ਉਪਜੀ ਇੱਛਾ। ਖੁਦ ਖੁਦਾ ਨੂੰ ਫੁਰਨਾ ਫੁਰਿਆ, ਉਸ ਫੁਰਨੇ ਤੋਂ ਸ੍ਰਿਸ਼ਟੀ ਰਚ। ਮੈਨੂੰ ਜਾਪਿਆ, ਕੀ ਜਾਪਿਆ? ਅੱਜ ਬਾਲਕ ਦਾ ਰੂਪ, ਬਾਲਾ ਪ੍ਰੀਤਮ ਦਾ ਰੂਪ ਧਾਰ ਲਿਆ। ਕਿਸ ਨੇ? ਜਿਹਨੂੰ ਜਾਪਿਆ। ਭਾਵੇਂ ਉਹ ना ए बूढ़ा ना ए वाला ना ए तरस ना गऊ जुबान। ब्रह्म का रूप, ना वो बच्चा ना जवानी के, तात ना मात ना, ओदा कोई प्यो नहीं, ओदा कोई माता नहीं, ओनू कोई अमर अजोनी है पी होनी। वो अजन्म है, जूनिया से रहत है। ऐसे भी बहुत कुछ, अजय अलय पै वै अभू जू अनास आकाश। पर ਅੱਜ ਜੇ ਨੇੜੇ ਚਲੋ, ਮੈਨੂੰ ਜਾਪਿਆ ਕੀ ਸੀ? ਮਾਰਕੰਡੇ ਰਿਸ਼ੀ ਨੂੰ ਮੈਂ ਕੌਤਕ ਦਿਖਾਇਆ। ਗੋਇਆਨੰਦ ਲਾਲ, ਇਸ ਵਸਤੂ ਦਾ ਵਿਚਾਰ ਸੁਣ ਜਰਾ। ਕਿਤੇ ਦਸਮ ਪਾਤਸ਼ਾਹ, ਕਿਤੇ ਮੈਂ ਪੰਚਮ ਦਾ ਮਿਲਾਉਣਾ, ਧਿਆਨ ਰੱਖਿਓ ਕਿ ਮੈਨੂੰ ਜਾਪਿਆ ਅਕਾਲ ਸਪੁੱਤਰ। ਡੁੰਗਾਈ ਦਾ ਅੱਜ ਕੁਦਰਤੀ ਮੇਥੋਂ ਚੱਲ ਗਿਆ ਕੰਮ। ਕੱਲ ਸਹਿਜ ਦੇ ਰਸ ਵਿੱਚ ਥੋੜੇ ਸਮੇਂ 'ਚ ਬੜਾ ਜਲਦੀ ਆਨੰਦ ਆਇਆ। ਅੱਜ ਡੁੰਗਾਈ ਦਾ ਇਹ ਡੂੰਘੇ ਡੂੰਘੇ ਗੋਤੇ ਮਾਰਨ ਵਾਲਾ, ਜਿਵੇਂ ਇੱਕ ਮਛਲੀ ਗੋਤਾ ਮਾਰਦੀ ਹੈ ਸਮੁੰਦਰ ਵਿੱਚ। ਔਰ ਮਰ ਜਿਊੜਾ ਵੀ ਕਿਹਾ, ਉਹ ਕੌਣ ਹੈ? ਜਿਹੜਾ ਸਵਾਸ ਖਿੱਚ ਲਵੇ, ਲੰਮਾ ਸਾਹ ਲਵੇ, ਮਰ ਜਿਊੜਾ। ਉਹ ਗੋਤੇ ਡੂੰਘੇ ਡੂੰਘੇ ਸਮੁੰਦਰ ਵਿੱਚ ਮਾਰ ਕੇ ਮਰ ਜਿਉੜਾ, ਮਰ ਜੀਵੜਾ ਵੀ ਕਿਹਾ। ਮਰ ਜੀਵ ਹੈ ਮਰੀਆ। ਸਵਾਸ ਖਿੱਚ ਲਵੇ, ਜਿਉਂਦਿਆਂ ਮਰ ਜਾਵੇ। ਡੂੰਘੇ ਗੋਤੇ ਮਾਰ ਕੇ ਸਮੁੰਦਰ ਵਿੱਚੋਂ ਜਿਹੜਾ ਹੀਰੇ ਲਾਲ ਕੱਢ ਕੇ ਲਿਆਵੇ, ਜਾਂ ਮਛਲੀ ਕੱਢੂ, ਜਾਂ ਡੂੰਘੇ ਗੋਤੇ ਮਾਰਨ ਵਾਲਾ ਕੱਢੂ। ਤੀਸਰਾ, ਉਹਦੀ ਆਪ ਦੀ ਕਿਰਪਾ ਹੋ ਜਾਏ, ਜਵਾਲਾ ਪਟ ਆਵੇ, ਐ ਛਲ ਦੇ ਦੇਵੇ ਸਮੁੰਦਰ ਜਦੋਂ। ਮਾਨ ਸਰੋਵਰ ਤੇ ਤੀਜਾ ਸਰੂਪ ਹੈ ਆ ਹੀਰੇ ਰਤਨ। ਆ ਸਮੁੰਦਰ ਚੋਂ, ਆ ਸਮੁੰਦਰ ਗੁਰੂ ਗ੍ਰੰਥ ਸਾਹਿਬ ਹੈ। ਆ ਛੱਲਾਂ ਗੁਰੂ ਮਹਾਰਾਜ ਜੀ ਦੇ ਰਾਹੀਂ ਦਬਾਉਣ ਬਾਣੀ ਦੀਆਂ ਆ ਕੀ ਵਰਤ ਰਿਹਾ ਹੈ? ਮਤ ਵਿੱਚ ਰਤਨ ਜਵਾਹਰ ਮਾਣਕ। ਤੋ ਮੈਨੂੰ ਪਾਇਆ, ਮੈਂ ਮਾਰਕੰਡੇ ਰਿਸ਼ੀ ਨੂੰ ਨਿਤ ਪਰਲੋ ਨਿਮਿਤ ਪਰਲੋ ਅਗਨੀ ਪਰਲੋ ਮਹਾ ਪਰਲੋਆਂ। ਪਰਲੋ ਨਾਮ ਲੈ ਹੋ ਜਾਣਾ ਖਤਮ। ਮੈਂ ਇੱਕ ਦਫਾ ਸ੍ਰਿਸ਼ਟੀ ਖਤਮ ਕਰ ਦਿੱਤੀ। ਮੈਨੂੰ ਜਾਪਿਆ ਉਹ ਤੇ ਕੀ ਸੀ? ਨਾ ਉੱਥੇ
ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਨਾ ਕੋ ਕਲਾ ਰਹਾਇਂਦਾ। ਜਿਹੜੇ ਕਹਿੰਦੇ ਸੀ ਮੈਂ ਸ੍ਰਿਸ਼ਟੀ ਸਾਜਦਾ ਬ੍ਰਹਮਾ, ਵਿਸ਼ਨੂੰ ਵੀ, ਸ਼ਿਵ ਵੀ, ਸਭ ਮੈਂ ਆਪ ਦੇ ਵਿੱਚ ਲੈ ਕਰਕੇ ਤੀਸਰਾ ਭਉ ਜਲ ਤੇ ਮੈਂ ਭੈ ਜਲ ਤੇ ਅੱਜ ਬੋਲਿਆ, ਉੱਥੇ ਦਾ ਹੀ ਆਨੰਦ ਪਹਿਲੇ ਸਰੋਤਾ ਜਨ ਮਾਣ ਲਿਓ। ਭਵ ਜਲ ਤੇ ਕੱਢ ਲਓ ਵਾਹਿਗੁਰੂ, ਇਹੋ ਮੇਰੀ ਬੇਨਤੀ। ਮੈਂ ਹੁਣ ਭਉ ਜਲ ਤੇ ਭੈ ਜਲ ਤੇ ਬੋਲੂੰ। ਮੈਨੂੰ ਪਾਇਆ ਬ੍ਰਹਮ ਰੱਬ ਨੂੰ, ਗੋਡ ਅੱਲਾ ਵਾਹਿਗੁਰੂ ਨੂੰ ਕਹੀਏ ਵੀ ਆਹ ਕੁਝ ਕਰਕੇ ਵੀ ਦੇਖ ਲਈਏ। ਸ੍ਰਿਸ਼ਟੀ ਰਚਾ ਲਈ, ਪਾਲ ਲਈ, ਲੈ ਕਰਕੇ ਨਿਤ ਪਰਲੋਂ ਨਿਤ ਰੋਜ਼ ਜਿਹਨੂੰ ਨੀਂਦ ਆ ਜਾਵੇ ਉਹਦੀ ਮੌਤ ਹੋ ਜਾਂਦੀ ਏ ਪਰਲੋਂ। ਕੋਈ ਦੱਸ ਦਿਓ ਵੀ ਮੈਨੂੰ ਨੀਂਦ ਨਹੀਂ ਆਉਂਦੀ। ਜਿਹਨੂੰ 1-2 ਦਿਨ ਨੀਂਦ ਨਾ ਆਵੇ ਪਾਗਲ ਬਣ ਜਾਂਦਾ, ਕਮਲਾ ਬਣ ਜਾਂਦਾ। ਨਿਮਿਤ ਕਿਸੇ ਦੇ ਖਾਤਰ ਮਰਨਾ, ਕੋਈ ਸਬੱਬ ਬਹਾਨਾ ਬਣ ਕੇ ਮਰ ਜਾਣਾ। ਅਗਨੀ ਪਰਲੋਂ ਔਰ ਮਹਾਪਰਲੋਂ, ਇਹਦੇ ਤੇ ਸ੍ਰਿਸ਼ਟੀ ਦਾ ਰਚ ਦੇਣਾ ਔਰ ਅਗਨੀ ਪਰਲੋਂ ਲਿਆਉਣੀ। ਮਹਾਪਰਲੋਂ ਦੀ ਗੱਲ ਆ ਗਈ ਇੱਥੇ। ਮੈਂ 7 ਸਮੁੰਦਰ ਇੱਕ ਕਰ ਦਿੱਤੇ, ਸਾਰੀਆਂ ਜੂਨਾਂ ਖਤਮ ਕਰਕੇ ਵਿੱਚ ਹੀ ਅਜੇ ਮਹਾਪਰਲੋਂ ਅਗਨੀ ਪਰਲੋਂ ਆਊਗੀ। 4 ਪਰਲੋਆਂ ਨੇ ਹਾਏ ਹੜ ਵਗਾ ਦਿੱਤਾ ਕਿ ਰੱਬ ਦੇ ਪਿਆਰੇ ਨਾ ਉਹ ਮਰੇ ਨ ਠਾਗੇ ਜਾਹੇ, ਜਿਨ ਕੇ ਰਾਮ ਬਸੈ ਮਨ ਮਾਹੇ। ਹੜ ਵਗਿਆ, ਹੜ ਵਿੱਚ ਧਾਰਨਾ ਪੜਿਓ ਜਰਾ ਪਿਆਰ ਦੇ ਨਾਲ। ਉਹ ਭਵ ਜਲ ਚੜਿਆ ਜਾਵੇ, ਰਿਸ਼ੀ ਵੀ ਖੜਿਆ ਜਾਵੇ। ਭਵ ਜਲ ਚੜਿਆ ਜਾਵੇ, ਰਿਸ਼ੀ ਵੀ ਖੜਿਆ ਜਾਵੇ। ਭਵ ਜਲ ਚੜਿਆ ਜਾਵੇ, ਰਿਸ਼ੀ ਵੀ ਗੜਿਆ ਜਾਵੇ। ਭਵ ਜਲ ਚੜਿਆ ਜਾਵੇ, ਰਿਸ਼ੀ ਵੀ ਖੜਿਆ ਜਾਵੇ। ਜਿੱਥੇ ਸੁੰਨ ਸਮਾਧੀ ਆਪਸੀ ਬ੍ਰਹਮ ਵੀ ਕਹੋ, ਰੱਬ ਵੀ ਕਹੋ, ਇਹ ਰਿਸ਼ੀ ਵੀ ਕਹੋ। 88,000 ਤਪ ਕਰਨ ਵਾਲਾ ਵਰਸਾਂ ਦਾ ਤਪਸ਼ੀ ਐ ਹੜਿਆ ਜਾਂਦਾ। ਸ੍ਰਿਸ਼ਟੀ ਸਭ ਲੈ ਹੋ ਗਈ, ਖਤਮ ਹੋ ਗਈ, ਵਿੱਚ ਜਲ ਦਾ ਰੂਪ ਹੋ ਗਈ। ਜਲ ਵਿੱਚ ਅਜੇ ਕੁਝ ਰਹਿੰਦੇ ਨੇ ਜੀਵ ਅੱਧੇ। ਮਹਾਪਰਲੋ ਇਹ ਹੜ ਵਗਦਾ ਮਾਰਕੰਡੇ ਤੋਂ ਕਿੱਥੇ ਚਲਿਆ ਗਿਆ? ਪ੍ਰਾਗਰਾਜ ਚਲੇ ਗਏ, ਤ੍ਰਿਵੇਣੀ ਸੰਗਮ ਹੋ ਗਿਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਇਆ ਨੰਦ ਲਾਲ ਨੂੰ ਆ ਕਥਾ ਸੁਣਾਉਂਦੇ ਨੇ। ਦਰਬਾਰ ਦੀ ਪੁੱਛਦੇ ਸੀ, ਸਰਗੁਣ ਨਿਰਗੁਣ ਨਿਰੰਕਾਰ ਤੇ ਭਉ ਜਲ ਤੇ ਮੈਂ ਹੁਣ ਬੋਲ ਰਿਹਾ, ਅਸੀਂ ਜਾਵਾਂਗੇ ਤੇਰੇ ਦਰਬਾਰ ਵਿੱਚ ਕੌਣ ਕੌਣ ਅਪਰਾਧੀ ਬਖਸ਼ੇ ਜਾਂਦੇ ਹੈ। ਮੈਂ ਇਸ ਗੱਲ ਤੇ ਹੁਣ ਕਿਉਂਕਿ ਸਮੇਂ ਨਾਲ ਬਹੁਤ ਸੰਖੇਪ ਵਿੱਚ ਇਹ ਕਥਾ ਨੂੰ ਖਿੱਚ ਰਿਹਾ ਬਈ ਨੇੜੇ ਜਲਦੀ। ਇਹ ਹੜ ਵਗਦਾ ਚਲਿਆ ਗਿਆ, ਜਲ ਹੀ ਜਲ ਹੈ। 7 ਸਮੁੰਦਰ ਇੱਕ, ਕੋਈ ਧਰਤੀ ਨਹੀਂ, ਕੋਈ ਉੱਥੇ ਬਿਲਡਿੰਗ ਨਹੀਂ, ਸਭ ਖਤਮ। ਅੰਡ ਵਿਨਾਸੀ, ਜੇਰ ਵਿਨਾਸੀ, ਉਤਪਤ ਸੇਤ ਬਿਨਾਦਾ। 4 ਖਾਣੀਆਂ, 184 ਜੂਨ ਚੋਂ ਅਜੇ ਕੁਛ ਕੋਈ ਹੋ ਜਲ। ਐਂ ਦੇਖਿਆ ਇੱਕ ਡੌਲ ਆ ਗਈ, ਬੰਨਾ ਆ ਗਿਆ, ਵੱਟ ਆ ਗਈ। ਉੱਥੇ ਪ੍ਰਾਗਰਾਜ ਆਪ ਤ੍ਰਿਵੇਣੀ ਸੰਗਮ ਪਰਸੋਂ ਹੀ ਜ਼ਿਕਰ ਚੱਲਿਆ ਸੀ। ਸ੍ਰੀ ਫਤਿਹਗੜ੍ਹ ਸਾਹਿਬ ਸਾਡੇ ਜਥੇਦਾਰ MLA ਸਾਹਿਬ ਸਰਦਾਰ ਹਰਨੇਕ ਸਿੰਘ ਹੋਣੀ ਕਿ 7 ਬੱਸਾਂ ਜਦੋਂ ਗਈਆਂ ਸੀ ਪ੍ਰਾਗਰਾਜ ਗਏ, ਇਲਾਹਾਬਾਦ ਜਿਸ ਨੂੰ ਕਹਿ ਅੱਲਾ ਤੋਂ ਮੁਰਾਦ ਪ੍ਰਾਗਰਾਜ ਤ੍ਰਿਵੇਣੀ ਸੰਗਮ ਤੀਰਥਾਂ ਕਰਕੇ ਬੋਲਿਆ ਜਾਂਦਾ ਹੈ। ਸਦਨੇ ਨੂੰ ਉੱਥੇ ਹੀ ਨੀਹਾਂ ਵਿੱਚ ਚਿਣਨ ਦਾ ਹੁਕਮ ਹੋ ਗਿਆ ਸੀ। ਸਦਨੇ ਨੂੰ ਇਲਾਹਾਬਾਦ, ਪ੍ਰਾਗਰਾਜ, ਤ੍ਰਿਵੇਣੀ ਸੰਗਮ, ਗੰਗਾ ਜਮਨਾ ਉੱਥੇ ਇਕੱਠੀਆਂ। ਸੁਰਸਤੀ ਆਕਾਸ਼ ਤੋਂ ਉੱਥੇ ਆ ਕੇ ਡਿੱਗੀ ਹੈ। ਤੀਸਰਾ ਸੰਗਮ ਤ੍ਰਿਵੇਣੀ ਸਾਡੇ ਅੰਦਰ ਵੀ ਇੱਥੇ ਈੜਾ ਪਿੰਗਲਾ ਜਿਹੜੇ ਅਭਿਆਸੀ ਲੋਕ ਨੇ, ਸੱਜੀ ਨਾਸਕਾ ਖੱਬੀ ਈੜਾ ਤੇ ਖੱਬੀ ਪਿੰਗਲਾ 'ਚ ਸੁਖਮਨਾ ਜਿਹਨੂੰ ਸੁਰਸਤੀ ਹੈ। ਤ੍ਰਿਵੇਣੀ ਸਾਡਾ ਤਿੰਨਾਂ ਦਾ ਅੱਜ ਸਵਾਸਾਂ ਦਾ ਭਜਨ ਕਰਦੇ ਹਾਂ। ਸੁਖਮਨਾ ਤ੍ਰਿਵੇਣੀ ਸੰਗਮ ਨੂੰ ਕਿਹਾ ਜਾਣਾ ਜਿੱਥੇ
ਦੋ ਸ਼ਬਦਾਂ ਦਾ ਮਿਲਾਪ ਹੋ ਕੇ ਐ ਜਦੋਂ ਸਵਾਸ ਖਿੱਚਾਂਗੇ, ਟਿਕਾਵਾਂਗੇ, 15 20 25 25 ਸਵਾਸ, 30 30 50 50 ਤੱਕ ਸਵਾਸਾਂ ਦਾ ਟਾਈਮ ਜਦੋਂ ਟਿਕਾ ਲਾਂਗੇ, ਉੱਥੇ ਤ੍ਰਿਵੈਣੀ ਸੰਗਮ ਹੈ। ਉੱਥੇ ਦਾ ਇਸ਼ਨਾਨ ਕਰਨ ਵਾਲੇ ਨੇ ਜਿਹੜੇ ਸੱਜਣ, ਤੀਰਥ ਬੜੇ ਪ੍ਰਾਗ, ਸਭ ਤੋਂ ਬੜਾ ਸਿਮਰਨ ਵਿੱਚ ਆਨੰਦ ਸੁਖਮਨਾ ਵਿੱਚ ਆਊਗਾ। ਰਹੋ ਵਿਚਾਰ। ਮੈਂ ਟੂ ਕੇ ਬੋਲਿਆ ਉਹਨਾਂ ਵਾਸਤੇ, ਅਜੇ ਸਿਲੇਬਸ ਬਹੁਤ ਪਿਆ, ਵੱਡਾ ਭਾਰੀ ਹੈ ਇਹਦੇ ਤੇ। ਜਿਹੜੇ ਅਭਿਆਸੀ ਲੋਕ ਨੇ ਉਹਨਾਂ ਵਾਸਤੇ ਅੱਗੇ ਹੈ, ਕੋਈ ਇੱਥੇ ਕਮਾਈ ਕਰ ਜੇ ਉਹਨਾਂ ਵਾਸਤੇ ਹੈ। ਮੈਂ ਹੁਣ ਪ੍ਰਚਾਰ ਦੇ ਤੌਰ ਤੇ ਹੀ ਬੋਲ ਜਾਣਾ। ਵਿਖਿਆਨ ਵਿੱਚ ਹੀ ਉਹ ਸੰਗਮ ਤਿੰਨਾਂ ਦਾ ਹੋ ਗਿਆ। ਉੱਥੇ ਇੱਕ ਡੌਲ ਆ ਗਈ ਵੱਟ, ਅੰਦਰ ਸਾਡੇ ਵੀ ਵੱਟ ਹੈ ਉੱਥੇ ਵੀ। ਉੱਥੇ ਇੱਕ ਬਾਲਕ ਨਜ਼ਰ ਆਇਆ, ਛੋਟਾ ਜਿਹਾ, ਜਿਸ ਤਰ੍ਹਾਂ ਬਾਲਕ ਜਨਮ ਸਮੇਂ ਦਾ ਹੋਵੇ ਬਾਲਾ, ਉਹਨੂੰ ਬਾਲਾ ਪ੍ਰੀਤਮ ਕਿਹਾ। ਗੁਰੂ ਗੋਬਿੰਦ ਸਿੰਘ ਖੁਦ ਬਾਲਾ ਪ੍ਰੀਤਮ ਦੇ ਨਾਮ ਤੇ ਕਹਿੰਦੇ ਨੇ। ਮਾਰਕੰਡਾ ਰਿਸ਼ੀ ਦਾ ਜ਼ਿਕਰ ਕਰਕੇ ਗੁਰੂ ਦਸ਼ਮੇਸ਼ ਜੀ ਗੋਇਆ ਨੰਦ ਲਾਲ ਨੂੰ ਇਹ ਕਥਾ ਸੁਣਾਉਂਦੇ ਨੇ ਕਿ ਇੱਕ ਬਾਲਾ ਪ੍ਰੀਤਮ, ਉਹ ਬਾਲਾ ਪ੍ਰੀਤਮ ਉਦੋਂ ਉਹ ਤਾਂ ਖਿੜ ਖਿੜ ਹੱਸਦਾ ਦੇਖੇ ਬਾਲਾ ਪ੍ਰੀਤਮ, ਖਿੜ ਖਿੜ ਹੱਸਦਾ ਦੇਖੇ ਬਾਲਾ ਪ੍ਰੀਤਮ। ਉਹ ਸੀ ਦੇਖੇ ਬਾਲਾ ਪ੍ਰੀਤਮ। ਉਹ ਤਾਂ ਖਿੜ ਖਿੜ ਹੱਸਦਾ ਦੇਖੇ ਬਾਲਾ ਪ੍ਰੀਤਮ ਸੀ, ਖਿੜ ਖਿੜ ਹੱਸਦਾ ਦੇਖ ਕੇ ਬਾਲਾ ਪ੍ਰੀਤਮ। ਰਿਸ਼ੀ ਸੀ ਪੁੱਛ ਪੁੱਛ ਹੱਸਦਾ, ਰਿਸ਼ੀ ਵੀ ਪੁੱਛ ਪੁੱਛ ਹੱਸਦਾ, ਰਿਸ਼ੀ ਵੀ ਪੁੱਛ ਪੁੱਛ ਹੱਸਦਾ, ਰਿਸ਼ੀ ਵੀ ਪੁੱਛ ਪੁੱਛ ਹੱਸਦਾ। ਕਹਿੰਦੇ ਛੋਟਾ ਜਿਹਾ ਤਾਂ ਤੇਰਾ ਸਰੂਪ ਹੈ। ਨਹੀਂ, ਮੈਂ ਰਚਨਹਾਰ ਕਰਤਾਰ ਹਾਂ, ਮੈਂ ਉਹ ਖੁਦਾਵੰਦ ਹਾਂ, ਕਰਮ ਕਰੀਮ ਹਾਂ, ਮੈਂ ਸ੍ਰਿਸ਼ਟੀ ਦਾ ਕਾਦਰ ਹਾਂ, ਮਾਲਕ ਹਾਂ। ਤੂੰ ਮੈਨੂੰ ਬਾਲਕ ਦੇਖਦਾ? ਮੈਂ ਤਾਂ ਸ੍ਰਿਸ਼ਟੀ ਰਚ ਕੇ ਸਭ ਲੈ ਕਰਕੇ ਤੈਨੂੰ ਤਜਰਬਾ ਆ, ਤੈਨੂੰ ਆ ਕੌਤਕ ਦਿਖਾਉਣਾ ਸੀ, ਤੂੰ ਸ੍ਰਿਸ਼ਟੀ ਵਿੱਚ ਸੁਨੇਹੇ ਦੇਵੇਂਗਾ। ਮੈਂ ਐ ਦੇਖ ਰਿਹਾ ਹਾਂ। ਦੱਸੋ ਕੀ ਦੇਖ ਰਹੇ ਹੋ? ਤੈਨੂੰ ਮੈਂ ਲੈ ਨਹੀਂ ਕੀਤਾ, ਤੂੰ ਨਾਮ ਜਪਣ ਵਾਲਾ ਹੈ। ਤੇਰਾ ਸਰੀਰ ਇਹ ਤੋਂ ਬਾਅਦ ਆ ਪੰਜ ਭੂਤਕ ਜਿਹੜਾ ਤਰਦਾ ਆਇਆ ਇਹ ਵੀ ਲੈ ਹੋ ਜੂ, ਆਤਮਾ ਅਮਰ ਰਹੂਗੀ। ਆ ਜੀਵ ਹੋਰ ਵੀ ਬੜੇ ਨੇ, ਇਦੋਂ ਬਾਅਦ ਪੜਾ ਟੁੱਟਣੇ ਧਰਤੀ ਦਾ। ਮੈਂ ਐ ਹੱਸਦਾ ਵੀ ਕਿੰਨਾ ਜਲ ਸੱਤੇ ਸਮੁੰਦਰ ਮੈਂ ਸ੍ਰਿਸ਼ਟੀ ਦੇ ਇੱਕ ਕਰ ਦਿੱਤੇ, ਔਰ ਮੈਂ ਸ੍ਰਿਸ਼ਟੀ ਦੇ ਰਚਨਹਾਰ ਬਰਮਾ ਵਿਸ਼ਨੂੰ ਮਹੇਸ਼ ਸਭ ਖੁਪਾਲੇ ਨੇ। ਹੁਣ ਮੈਂ ਸੋਚਦਾ ਵੀ ਇਹ ਜਲ ਨੂੰ ਮੈਂ 1 ਲੱਖਤ ਮਹਾ ਤੱਤ ਬਣਾਉਣੇ। ਅੱਜ ਦੇ ਪੜ੍ਹੇ ਲਿਖੇ ਮਹਾ ਤੱਤਾਂ ਤੋਂ ਸ਼ੁਰੂ ਕਰਦੇ ਹੁੰਦੇ ਆ, ਜਾਂ ਕਹਿਣਗੇ ਨੇਚਰ, ਨੇਚਰਲੀ ਤੌਰ ਤੇ ਹੈ ਜੀ। ਇਹ ਤੋਂ 2 ਵਸਤੂਆਂ ਅੱਜ ਇਹਨਾਂ ਦੇ ਕੋਲ ਨੇ ਕੁਦਰਤੀ। ਵੀ ਕੁਦਰਤ ਕਿਹਨੇ ਬਣਾਈ ਹੈ, ਉਹ ਕਾਦਰ ਦੀ ਗੱਲ ਨਹੀਂ ਕਰਦੇ। ਮਹਾ ਤੱਤ ਰਚਾਉਣੇ ਨੇ ਮੈਂ। ਮਹਾ ਅੱਜ ਤੱਤਾਂ ਤੋਂ ਸ੍ਰਿਸ਼ਟੀ ਦੀ ਰਚਨਾ, ਅੱਜ ਮਹਾ ਤੱਤਾਂ ਤੇ ਸਾਇੰਸਦਾਨ ਡਾਕਟਰ ਖੜੇ ਨੇ। ਇਹ ਨਹੀਂ ਪਤਾ ਕਿਹਨੇ ਬਣਾਏ ਨੇ। ਧਿਆਨ ਰੱਖਿਓ, ਗੁਰਬਾਣੀ ਇਸ ਦਾ ਫੈਸਲਾ ਦਿੰਦੀ ਹੈ। ਸੱਚ ਹੈ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ, ਜਲ ਤੇ ਤਿਰ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਸੱਚ ਤੋਂ ਉਹ ਸੱਚ ਦੀ ਗੱਲ ਨਹੀਂ ਕਰਦਾ ਕੋਈ ਅੱਜ ਦਾ ਪੜ੍ਹਿਆ ਲਿਖਿਆ। ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਇਹਦੀ ਨਹੀਂ ਗੱਲ ਕਰਦੇ, ਨੇਚਰ ਦੀ, ਮਹਾ ਤੱਤਾਂ ਦੀ। ਮੈਂ ਹੁਣ ਇਹੋ ਸੋਚਦਾ, ਇਹ 7 ਸਮੁੰਦਰਾਂ ਦਾ ਜਲ ਮੈਂ ਆ ਦੇਖਦਾ ਜਾ, ਤੂੰ ਵੀ ਵਿੱਚੇ ਹੀ ਜਾਵੇਂਗਾ। ਜਿਵੇਂ ਹਟਦਾ ਹੈ, ਆ ਲੈ
खिन में कि हरन परन जाका नेत्र फोर, तिसका मंत्र न जाने होर। सुखम निश्चय मनशा पूर्ण शरणा जोग, जो कर पाया सोई भोग। हरन भरन, हर लेना है, खत्म कर देने, एक लखत भर देने। जाका नेत्र फोर, ऐ नेत्र बस एक दफा पलक हिला देनी है। पलक खोली, हर दिते भर दिते। ऋषिया आ ले, आ की कर रहा मैं अग्नि परलों। सारे सत्ते समुद्रां दा जल, धरती दा पड़ा टुटिया। आ मातातल उतातल विधातल, अगे रसातल लोक ते आ गया चौथा तवा। इन्ना भखदा है, नीचे अग जलदी है, पापी लोगां दे हड्ड जलदे ने उत्थे। ਉਹ ਤਵੇ ਤੇ ਜਲ ਸੱਤੇ ਸਮੁੰਦਰਾਂ ਦਾ ਜਾ ਡਿੱਗਿਆ। ਇੱਕ ਚੂੜਾ ਲਿਓ ਪਾਣੀ ਦਾ, ਤਵੀ ਗਰਮ ਹੋ ਜਾਂਦੀ ਹੈ ਬਾਲਣ ਨਾਲ, ਸੇਕ ਦਿਓ ਕਿ ਕਿੰਨੀ ਕੁ ਗਰਮ ਹੋ ਗਈ। ਭੋਜਨ ਤਿਆਰ ਕਰਨਾ ਹੈ। ਮਾਈ ਲੋਕ ਭਾਈ ਵੀ ਜੋ ਲੰਗਰ ਦੀ ਡਿਊਟੀ ਕਰਦੇ ਹੈ, ਚੂੜਾ ਸਿੱਟਿਓ ਭਖਦੀ ਤਵੀ ਤੇ, ਪਾਣੀ ਜੱਜ ਹੋ ਜੂ, ਉੱਥੋਂ ਭਾਫਾਂ ਨਿਕਲਣਗੀਆਂ। ਇਹ ਪ੍ਰੈਕਟੀਕਲੀ ਵੀ ਵਸਤੂ ਮੈਂ ਬੋਲ ਰਿਹਾ। ਜਿਹੜੀ ਭਾਫ ਉਡੀ ਉਹ 10ਵਾਂ ਹਿੱਸਾ ਰਹਿ ਜਾਂਦਾ, ਉਹਨੂੰ ਮਹਾਤੱਤ ਕਿਹਾ ਜਾਂਦਾ ਹੈ। ਇਹ ਬੀਜ ਹੈ ਮਹਾਤੱਤ। ਆ ਕੁਝ ਮੈਂ ਰਲਾ ਦਿੱਤੇ, ਉਦੋਂ ਹੀ ਕਰ ਦਿੱਤੇ ਮਹਾਤੱਤ। ਧੁੰਦੂਕਾਰ ਨਿਰਾਲਮ ਬੈਠਾ, ਤਾੜੀ ਅਪਰ ਅਪਾਰਾ ਹੈ। ਉਹ ਮਹਾਤੱਤਾਂ ਦੀ ਧੁੰਦ ਬਣ ਗਈ ਔਰ ਦਰਮਿਆਨ ਵਿੱਚ ਚੌਂਕੜਾ ਲਾ ਕੇ ਬੈਠ ਗਏ। ਕਹਿਣ ਲੱਗੇ ਹੁਣ ਆਵਾਜ਼ ਜਬ ਆਕਾਰ ਕਰ ਜਾਂ ਜੋ ਕੁਛ ਹੈ ਆਪੇ ਹੀ ਫਿਰ ਜਾਪ। ਗੋਇਆ ਨੰਦ ਲਾਲ, ਇਦੋਂ ਬਾਅਦ ਮੈਨੂੰ ਸੁਨ ਸਮਾਧੀ ਛੱਤੀ ਜੁਗ ਕਿਉ ਗਵਾਰਾ, ਤਾੜੀ ਲਾਈ ਅਪਰ ਅਪਾਰਾ। ਅਰਬਦ ਨਰਬਦ ਧੁੰਦੂ, ਅਰਬਾਂ ਤੇ ਵੀ ਰਹਿਤ ਕਹਿ ਦਿਓ ਨਾ ਅਰਬਦ, ਉੱਥੇ ਅਰਬਾਂ ਦੀ ਵੀ ਗਿਣਤੀ ਕੋਈ ਨਹੀਂ। ਮੈਂ ਫਿਰ ਸੁੰਨ ਹੋ ਕੇ ਬੈਠ ਜਾਣਾ ਵੀ ਬੜਾ ਕੁਛ ਕਰ ਲਿਆ, ਹੁਣ ਸ੍ਰਿਸ਼ਟੀ ਦਾ ਮੈਨੂੰ ਕੋਈ ਫਿਕਰ ਨਹੀਂ, ਨਾ ਮੈਂ ਸਾਜਿਆ ਨਾ ਪਾਲਿਆ ਨਾ ਖਤਮ ਕਰਨਾ ਕੋਈ। ਫਿਰ ਮੇਰੀ ਸਮਾਧੀ ਲੱਗ ਜਾਂਦੀ ਹੈ। ਜਦ ਸਮਾਧੀ ਖੁੱਲੂ ਫਿਰ ਮੈਂ ਸ੍ਰਿਸ਼ਟੀ ਨੂੰ ਰਚ ਦਿੰਨਾ। ਉਹ ਮੈਂ ਸਿਰ ਸਿਰ ਧੰਦੇ ਲਾਏਂਦਾ ਪਿਆਰਾ। ਜਿੱਥੇ ਜਿੱਥੇ ਸ੍ਰਿਸ਼ਟੀ ਸੀ ਕੀਤਾ ਪਸਾਓ ਏਕੋ ਕਬਾਓ, ਤਿਸਤੇ ਹੋਏ ਲੱਖ ਦਿਲ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ। ਉਦੋਂ ਫਿਰ ਮਹਾਤੱਤ, ਫਿਰ ਅਸੀਂ ਮੁੜ ਕੇ ਜਦੋਂ ਫਿਰ ਅਵਤਾਰ ਧਾਰਨ ਕਰਾਂਗੇ, ਉਹਨਾਂ ਨੂੰ ਫਿਰ ਉਸੇ ਦਰਬਾਰ ਵਿੱਚ ਉਹ ਆਪਣੀ ਭੁੱਲ ਕਿਆ ਕੋਟ ਅਪਰਾਧ ਖੰਡਨ ਕੇ ਦਾਤੇ, ਇੱਥੇ ਫਿਰ ਉਹ ਅਰਦਾਸ ਕਰਦੇ ਨੇ, ਬਹੁਤ ਜੁਗ ਪ੍ਰਾਮਤ ਤੈ ਹਾਰਿਓ। ਫਿਰ ਉਹਨੂੰ ਮੈਂ ਮਾਨਸ਼ ਦੇਹੀ ਬਖਸ਼ਦਾ, ਮਾਨਸ਼ ਦੇਹ ਲਹੀ। ਫਿਰ ਇਹਦਾ ਧਰਮ ਕੀ ਹੈ ਯਾਦ ਰੱਖੋ, ਇਹਨੂੰ ਜੋੜ ਲਓ ਜਿਹੜੇ ਵਿਦਵਾਨ ਪੰਡਤ ਵਿਦਵਾਨ ਗਿਆਨੀ ਪੁਰਸ਼ ਨੇ। ਮਾਨਸ ਜਨਮ ਬਹੁਰ ਨੇ ਪਾਵੇ, ਕੁਛ ਅਪਾ ਮੁਕਤ ਕਾ ਕਰੇ, ਉਹਦੇ ਭਲੇ ਭਾਗ ਹੋਣਗੇ। ਮਾਨਸ ਜਨਮ ਧਾਰਨ ਕਰਕੇ ਮੇਰੇ ਦਰਬਾਰ ਵਿੱਚ ਆਉਣਗੇ। ਇਹ ਗੁਰੂ ਨਾਨਕ ਦਰਬਾਰ ਵਿੱਚ ਆ ਜਾਣ, ਉਹਨਾਂ ਆਇਆਂ ਨੂੰ ਫਿਰ ਮੈਂ ਜੁਗਾਂ ਜੁਗਾਂ ਦੇ ਵਿਛੜਿਆਂ ਨੂੰ ਇੱਥੇ ਉਹ ਬਖਸ਼ ਦਿੰਦਾ ਹਾਂ। ਤੇਰਾ ਦਰ ਐਸਾ ਐਸਾ ਹੈ, ਤੇਰਾ ਦਰ ਐਸਾ ਐਸਾ ਹੈ, ਤੇਰਾ ਦਰ ਐਸਾ ਐਸਾ ਹੈ, ਤੇਰਾ ਦਰ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਪਿਆਰੇ, ਧੰਨ ਧੰਨ ਹੈ ਗੁਰੂ ਅਮਰਦਾਸ ਸਾਹਿਬ, ਧੰਨ ਹੈ। ਧੰਨ ਹੈ, ਧੰਨ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ। ਧੰਨ ਪਿਆਰੇ, ਧੰਨ ਧੰਨ ਹੈ
ਗੁਰੂ ਅਰਜਨ ਸਾਹਿਬ ਜੀ ਧੰਨ ਗਏ। ਧੰਨ ਗਏ ਧੰਨ ਗਏ ਧੰਨ ਗਏ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਧੰਨ ਗਏ। ਹਾਂ ਧੰਨ ਗਏ ਧੰਨ ਗਏ ਗੁਰੂ ਸ੍ਰੀ ਹਰਿ ਰਾਏ ਸਾਹਿਬ ਧੰਨ ਗਏ। ਧੰਨ ਗਏ ਧੰਨ ਗਏ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਗਏ। ਧੰਨ ਪਿਆਰੇ ਧੰਨ ਗਏ ਗੁਰੂ ਤੇਗ ਬਹਾਦਰ ਸਾਹਿਬ ਧੰਨ ਗਏ। ਹਾਂ ਧੰਨ ਗਏ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗਏ। ਧੰਨ ਗਏ ਗੁਰੂ ਗ੍ਰੰਥ ਸਾਹਿਬ ਜੀ ਧੰਨ ਗਏ। ਧੰਨ ਗਏ ਗੁਰੂ ਪੰਥ ਖਾਲਸਾ ਧੰਨ ਗਏ। ਧੰਨ ਪਿਆਰੇ ਧੰਨ ਗਏ ਗੁਰੂ ਸਾਧ ਸੰਗਤ ਸਾਹਿਬ ਧੰਨ ਗਏ। ਸਤਿਨਾਮ ਸ੍ਰੀ ਵਾਹਿਗੁਰੂ ਬੋਲ ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੋਲੋ ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਚੈਨਲ ਤੇ ਸੰਤ ਮਹਾਰਾਜ ਸੇਸਰ ਸਿਹੌੜਾ ਸਾਹਿਬ ਜੀ ਦੇ ਦੀਵਾਨ ਦੇਖਣ ਤੇ ਸੁਣਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੇ ਸਿੱਧੂ ਚੈਨਲ 27 ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ।